सो 12 ਦੀਆਂ ਅਸੀਂ ਪਹਿਲਾਂ 14 ਆਇਤਾਂ ਪੜ੍ਹੀਆਂ ਔਰ ਇਹਨਾਂ 14 ਆਇਤਾਂ ਦੇ ਵਿੱਚ ਪ੍ਰਭੂ ਨੇ ਪਸਾਹ ਦਾ ਇੱਕ ਤਿਉਹਾਰ ਉਹਨਾਂ ਨੂੰ ਦਿੱਤਾ। ਪਸਾਹ ਦਾ ਤਿਉਹਾਰ ਉਸਨੇ ਇਹਨਾਂ ਗੁਲਾਮ ਲੋਕਾਂ ਨੂੰ ਦਿੱਤਾ ਔਰ ਨਾਲ ਇਹ ਦਿਖਾਇਆ ਕਿ ਮੈਂ ਛੁਟਕਾਰਾ ਮੈਂ। ਸੋ ਅਸੀਂ ਕੱਲੇ ਮਿਸਰ ਦੇ ਦੇਵਤੇ ਦੇਖੇ ਕਿਉਂਕਿ ਉਹਨਾਂ ਦੀ ਵੱਖਰੀ ਚੀਜ਼ ਦੇ ਵੱਖਰੇ ਦੇਵਤੇ ਸੀਗੇ। ਅਸੀਂ ਉਹ ਸਾਰੇ ਦੇਵਤੇ ਦੇਖੇ ਔਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਥੋਂ ਜਿੱਤ ਦੇ ਕੇ ਘੱਲੂੰਗਾ। ਸੋ ਦੋ ਚੀਜ਼ਾਂ, ਇੱਕ ਜਿਹੜਾ ਲੇਲੇ ਦਾ ਮਾਸ ਤੇ ਇੱਕ ਉਹਦਾ ਲਹੂ, ਇਹ ਦੋ ਚੀਜ਼ਾਂ ਧਿਆਨ ਦੇਣ ਦੇ ਯੋਗ, ਕਿਉਂਕਿ ਇਹਨਾਂ ਦੇ ਨਾਲ ਪ੍ਰਭੂ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਖਾਣਾ ਔਰ ਇਸ ਨੂੰ ਅਗਲੇ ਦਿਨ ਵਾਸਤੇ ਨਹੀਂ ਰੱਖਣਾ। That is the main thing। ਔਰ ਜਿਹੜਾ ਲਹੂ ਆ ਤੁਸੀਂ ਉਸ ਨੂੰ, ਲਹੂ ਉਹ ਖਾਂਦੇ ਨਹੀਂ ਸੀਗੇ, ਲੇਕਿਨ ਜਿਹੜਾ ਲਹੂ ਹੈ ਕਿਉਂਕਿ ਲਹੂ ਦੇ ਵਿੱਚ ਜਾਨ ਹੁੰਦੀ ਆ, ਸੋ ਲਹੂ ਨੂੰ ਜਿਹੜਾ ਲੈ ਕੇ ਉਸ ਨੂੰ ਆਪਣੇ ਦਰਵਾਜ਼ਿਆਂ ਦੇ ਉੱਤੇ ਲਾਉਣਾ। ਔਰ ਜਿਸ ਵੇਲੇ ਮੈਂ ਉੱਥੋਂ ਦੀ ਗੁਜ਼ਰਾਂਗਾ, ਜਿਸ ਵੇਲੇ ਮੈਂ ਉੱਥੋਂ ਦੀ ਲੰਘਾਂਗਾ ਤੇ ਉਸ ਲਹੂ ਨੂੰ ਦੇਖ ਕੇ, ਔਰ ਤੁਸੀਂ ਅੰਦਰ ਆ, ਤੁਸੀਂ ਬਾਹਰ ਨਹੀਂ, ਤੁਸੀਂ ਅੰਦਰ ਆ, ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਔਰ ਜਿਸ ਵੇਲੇ ਮੌਤ ਉੱਥੋਂ ਦੀ ਲੰਘੇਗੀ। ਨਾ ਹੁਣ ਜੇ ਅਸੀਂ ਇਹ ਦੇਖੀਏ ਤਾਂ ਮਿਸਰੀਆਂ ਦਾ ਵੀ ਇੱਕ ਮੌਤ ਦਾ ਦੇਵਤਾ ਹੈਗਾ ਔਰ ਉਹ ਦੇਵਤਾ ਉਹਨਾਂ ਨੂੰ ਮੌਤ ਤੋਂ ਬਚਾਉਂਦਾ ਹੈ ਔਰ ਉਸ ਨੂੰ ਅਸੀਂ ਗਾਂਹ ਜਾ ਕੇ ਇਕੱਠੇ ਦੇਖਾਂਗੇ। ਲੇਕਿਨ ਦੂਸਰੇ ਪਾਸੇ ਪ੍ਰਭੂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਰਿਹਾ। ਦੂਸਰੀ ਚੀਜ਼, ਤੁਸੀਂ ਤਿਆਰ ਰਹਿਣਾ, ਤੁਸੀਂ ਆਪਣੇ ਕੱਪੜੇ ਪਾ ਕੇ ਰੱਖਣੇ ਆ, ਪੈਰੀਂ ਜੁੱਤੀ ਪਾ ਕੇ ਰੱਖਣੀ ਆ ਔਰ ਹੱਥ ਦੇ ਵਿੱਚ ਲਾਠੀ ਤਿਆਰ ਰੱਖਣੀ ਆ, ਕਿਉਂਕਿ ਜਦ ਉਹ ਸਮਾਂ ਆਏਗਾ ਤਾਂ ਤੁਸੀਂ ਤੁਰਨ ਦੇ ਲਈ ਇੱਥੋਂ ਤਿਆਰ ਰਹਿਣਾ। ਔਰ ਉਹਨਾਂ ਲੋਕਾਂ ਨੂੰ ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਤਾਂ ਉਹਨਾਂ ਦੀ ਹੁਣ ਮੁਕਤੀ ਆ ਰਹੀ ਆ, ਉਹਨਾਂ ਦੀ ਆਜ਼ਾਦੀ ਆ ਰਹੀ ਆ। ਅੱਛਾ, ਹੁਣ ਇੱਥੇ ਅਸੀਂ ਲਿਖ ਸਕਦੇ ਹਾਂ ਮੱਤੀ ਦਾ ਭਾਵ 24, 25 ਤੇ 26, ਕਿਉਂਕਿ ਇਸ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਆਖਰੀ ਭੋਜ ਆਪਣੇ ਚੇਲਿਆਂ ਨੂੰ ਦਿੱਤਾ ਤਾਂ ਉਸਨੇ ਵੀ ਉਸ ਤੋਂ ਪਹਿਲੀਆਂ ਜਿਹੜੀਆਂ ਹਦਾਇਤਾਂ ਸੀਗੀਆਂ ਉਹ ਸਾਰੀਆਂ ਇਹੋ ਹੀ ਹਦਾਇਤਾਂ ਸੀ। ਇਹ ਹਾਲੇ ਅਸੀਂ ਹਦਾਇਤਾਂ ਦੇਖਦੇ ਪਏ, ਹਾਲੇ ਤੱਕ ਉਹਨਾਂ ਨੇ ਉਹ ਜਿਹੜਾ ਭੋਜ ਆ ਉਹ ਬਣਾਉਣਾ ਆ, ਖਾਣਾ ਆ, ਆਪਣੀਆਂ ਚਗਾਠਾਂ ਦੇ ਉੱਤੇ ਲਹੂ ਲਾਉਣਾ ਆ, ਉਹ ਸਾਰੀਆਂ ਚੀਜ਼ਾਂ ਹਾਲੇ ਉਹਨਾਂ ਨੇ ਕਰਨੀਆਂ। ਔਰ ਬੇਸਿਕਲੀ ਇਹ ਹਾਲੇ ਤੱਕ ਮੂਸਾ ਨੂੰ ਦੱਸੀਆਂ ਗਈਆਂ, ਹਾਲੇ ਤੱਕ ਮੂਸਾ ਨੇ ਗਾਂਹ ਜਾ ਕੇ ਲੋਕਾਂ ਨੂੰ ਦੱਸਣੀਆਂ ਆ। ਸੋ ਅਗਰ ਅਸੀਂ ਇਸ ਨੂੰ 15 ਤੋਂ ਲੈ ਕੇ 20 ਤੱਕ ਦੇਖੀਏ, ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹਦਾ ਹੈ 15 ਤੋਂ 20 ਔਰ ਫਿਰ ਅਸੀਂ ਲੈਟਸ ਰੀਡ 15 ਤੋਂ ਲੈ ਕੇ 28 ਤੱਕ ਅਸੀਂ ਇਸ ਨੂੰ ਪੜ੍ਹਦੇ ਹਾਂ ਔਰ ਫਿਰ ਆਪਾਂ ਥੋੜੀਆਂ ਜਿਹੀਆਂ ਆਇਤਾਂ ਨਵੇਂ ਨਿਯਮ ਚ ਜਾ ਕੇ ਦੇਖਾਂਗੇ। ਸੋ ਲੈਟਸ ਗੋ ਅਹੈਡ। ਅਖਮੀਰੀ ਰੋਟੀ ਦਾ ਤਿਉਹਾਰ। ਪ੍ਰਭੂ ਨੇ ਅੱਗੇ ਕਿਹਾ, 7 ਦਿਨਾਂ ਤੱਕ ਤੁਸੀਂ ਖਮੀਰ ਤੋਂ ਬਿਨਾਂ ਰੋਟੀ ਖਾਣਾ। ਪਹਿਲੇ ਦਿਨ ਤੁਸੀਂ ਆਪਣੇ ਆਪਣੇ ਘਰਾਂ ਵਿੱਚੋਂ ਖਮੀਰ ਦੂਰ ਕਰ ਦੇਣਾ। ਜੇਕਰ ਕੋਈ ਮਨੁੱਖ ਇਹਨਾਂ 7 ਦਿਨਾਂ ਵਿੱਚ ਖਮੀਰੀ ਰੋਟੀ ਖਾਵੇ ਤਾਂ ਉਸ ਨੂੰ ਮੇਰੇ ਲੋਕਾਂ ਵਿੱਚੋਂ ਕੱਢ ਦਿੱਤਾ ਜਾਵੇ। ਪਹਿਲੇ ਦਿਨ ਅਤੇ 7ਵੇਂ ਦਿਨ ਤੁਸੀਂ ਆਰਾਧਨਾ ਦੇ ਲਈ ਇਕੱਠੇ ਹੋਣਾ। ਇਹਨਾਂ ਦੋਹਾਂ ਦਿਨਾਂ ਵਿੱਚ ਕੋਈ ਕੰਮ ਨਾ ਕੀਤਾ ਜਾਵੇ। ਬੇਸ਼ੱਕ ਖਾਣ ਲਈ ਆਪਣਾ ਭੋਜਨ ਬਣਾ ਸਕਦੇ ਹੋ। ਅੱਗੇ ਤੁਸੀਂ ਪੀੜ੍ਹੀਓ ਪੀੜ੍ਹੀਏ ਤਿਉਹਾਰ ਇਸ ਯਾਦਗਾਰੀ ਵਿੱਚ ਮਨਾਉਣਾ
ਕਿ ਇਸ ਦਿਨ ਮੈਂ ਤੁਹਾਨੂੰ ਸਭ ਨੂੰ ਮਿਸਰ ਦੀ ਦਾਸਤਾਂ ਵਿੱਚੋਂ ਕੱਢ ਕੇ ਲਿਆਇਆ ਸਾਂ। ਤੁਸੀਂ ਪਹਿਲੇ ਮਹੀਨੇ ਦੇ 14ਵੇਂ ਦਿਨ ਦੀਆਂ ਤਰਕਾਲਾਂ ਤੋਂ ਲੈ ਕੇ 21ਵੇਂ ਦਿਨ ਦੀਆਂ ਤਰਕਾਲਾਂ ਤੱਕ ਤੁਸੀਂ ਬਿਨਾਂ ਖਮੀਰ ਦੇ ਰੋਟੀ ਖਾਣਾ। ਇਹਨਾਂ 7 ਦਿਨਾਂ ਦੇ ਵਿੱਚ ਤੁਹਾਡੇ ਘਰਾਂ ਵਿੱਚ ਖਮੀਰ ਦਾ ਨਾਂ ਤੱਕ ਨਾ ਮਿਲੇ। ਜੋ ਮਨੁੱਖ ਵੀ ਇਹਨਾਂ 7 ਦਿਨਾਂ ਵਿੱਚ ਖਮੀਰੀ ਚੀਜ਼ ਖਾਵੇ, ਉਸ ਨੂੰ ਮੇਰੇ ਲੋਕਾਂ ਦੀ ਸੰਗਤ ਵਿੱਚੋਂ ਕੱਢ ਦਿੱਤਾ ਜਾਵੇ। ਚਾਹੇ ਕੋਈ ਦੇਸ਼ੀ ਹੋਵੇ ਜਾਂ ਪਰਦੇਸ਼ੀ, ਸਭ ਨਾਲ ਇਹ ਵਰਤਾਓ ਕੀਤਾ ਜਾਵੇ। ਸੋ ਆਪਣੇ ਘਰਾਂ ਦੇ ਅੰਦਰ ਤੁਸੀਂ ਕੋਈ ਖਮੀਰੀ ਚੀਜ਼ ਨਾ ਖਾਣਾ, ਸਗੋਂ ਬਿਨਾਂ ਖਮੀਰ ਦੇ ਖਾਣਾ। ਪਸਾਹ ਦਾ ਪਹਿਲਾ ਤਿਉਹਾਰ। ਤਦ ਮੂਸਾ ਨੇ ਇਜ਼ਰਾਈਲੀਆਂ ਦੇ ਸਭ ਬਜ਼ੁਰਗਾਂ ਨੂੰ ਸੱਦ ਕੇ ਕਿਹਾ, ਤੁਸੀਂ ਆਪਣੇ ਆਪਣੇ ਟੱਬਰਾਂ ਸਮੇਤ ਇੱਕ ਇੱਕ ਲੇਲਾ ਚੁਣ ਲਵੋ ਕਿ ਤੁਸੀਂ ਉਸ ਨੂੰ ਪਸਾਹ ਦੇ ਤਿਉਹਾਰ ਦਾ ਕਰਕੇ ਕੱਟ ਸਕੋ। ਤੁਸੀਂ ਇੱਕ ਵਾਲਾਂ ਦਾ ਬੁਰਸ਼ ਲੈ ਕੇ ਉਸ ਨੂੰ ਲੇਲੇ ਦੇ ਲਹੂ ਵਿੱਚ ਡੁਬੋਵੋ ਅਤੇ ਫਿਰ ਉਸ ਬੁਰਸ਼ ਨਾਲ ਲਹੂ ਆਪਣੇ ਘਰ ਦੇ ਬਾਹਰਲੇ ਬੂਹਿਆਂ ਦੀਆਂ ਚੌਹਾਂ ਚੁਗਾਠਾਂ ਅਤੇ ਉੱਪਰਲੇ ਸੇਰੂਆਂ ਉੱਤੇ ਲਾ ਦੇਵੋ। ਤੁਹਾਡੇ ਵਿੱਚੋਂ ਕੋਈ ਅਗਲੀ ਸਵੇਰ ਤੱਕ ਆਪਣੇ ਆਪਣੇ ਘਰ ਤੋਂ ਬਾਹਰ ਨਾ ਨਿਕਲੇ। ਜਦੋਂ ਪ੍ਰਭੂ ਰਾਤ ਦੇ ਵੇਲੇ ਮਿਸਰ ਵਿੱਚੋਂ ਦੀ ਮਿਸਰੀਆਂ ਨੂੰ ਮਾਰਨ ਲਈ ਨਿਕਲੇਗਾ ਅਤੇ ਉਹ ਤੁਹਾਡੇ ਬੂਹਿਆਂ ਉੱਤੇ ਲਹੂ ਦੇਖੇਗਾ, ਤਾਂ ਉਹ ਮੌਤ ਦੇ ਸਵਰਗਦੂਤ ਨੂੰ ਤੁਹਾਡੇ ਘਰਾਂ ਅੰਦਰ ਨਹੀਂ ਜਾਣ ਦੇਵੇਗਾ। ਤੁਸੀਂ ਅਤੇ ਤੁਹਾਡੀ ਸੰਤਾਨ ਇਸ ਸੰਸਕਾਰ ਦੀ ਹਮੇਸ਼ਾ ਪਾਲਣਾ ਕਰਨਾ। ਜਦੋਂ ਤੁਸੀਂ ਪ੍ਰਭੂ ਦੀ ਪ੍ਰਤਿੱਗਿਆ ਕੀਤੀ ਧਰਤੀ ਤੇ ਪਹੁੰਚ ਜਾਵੋ, ਤਾਂ ਤੁਸੀਂ ਇਸ ਸੰਸਕਾਰ ਦੀ ਪਾਲਣਾ ਉੱਥੇ ਵੀ ਕਰਨਾ। ਇਹ ਕਰਨ ਤੇ ਜਦੋਂ ਤੁਹਾਡੇ ਬੱਚੇ ਪੁੱਛਣ ਇਸ ਦਾ ਕੀ ਅਰਥ ਹੈ, ਤਾਂ ਤੁਸੀਂ ਉਹਨਾਂ ਨੂੰ ਉੱਤਰ ਦੇਣਾ, ਇਹ ਪ੍ਰਭੂ ਦੇ ਲਈ ਪਸਾਹ ਦੇ ਤਿਉਹਾਰ ਦੀ ਬਲੀ ਹੈ। ਇਸ ਦਿਨ ਪ੍ਰਭੂ ਮਿਸਰ ਦੇ ਵਿੱਚੋਂ ਦੀ ਲੰਘਿਆ ਸੀ ਅਤੇ ਉਸਨੇ ਮਿਸਰੀਆਂ ਨੂੰ ਮਾਰਿਆ ਸੀ, ਪਰ ਸਾਨੂੰ ਬਚਾ ਲਿਆ ਸੀ। ਇਸ ਸਭ ਦੇ ਸੁਣਨ ਦੇ ਪਿੱਛੋਂ ਇਜ਼ਰਾਈਲੀਆਂ ਨੇ ਸਿਰ ਨੀਵੇਂ ਕਰਕੇ ਪ੍ਰਭੂ ਨੂੰ ਪ੍ਰਣਾਮ ਕੀਤਾ। ਫਿਰ ਉਹਨਾਂ ਜਾ ਕੇ ਸਭ ਕੁਝ ਪ੍ਰਭੂ ਦੀ ਆਗਿਆ ਅਨੁਸਾਰ ਕੀਤਾ ਜੋ ਉਹਨਾਂ ਮੂਸਾ ਤੋਂ ਸੁਣਿਆ ਸੀ। ਹੁਣ 12ਵੇਂ ਚੈਪਟਰ ਦੀ ਪਹਿਲੀ ਆਇਤ ਤੋਂ ਜੋ ਅਸੀਂ ਦੇਖਦੇ ਪਏ ਹਾਂ, ਉਹ ਬੇਸਿਕਲੀ ਅਸੀਂ ਰੈਪੀਟੇਸ਼ਨ ਦੇਖਦੇ ਪਏ ਹਾਂ। ਮੂਸਾ ਨੂੰ ਪ੍ਰਭੂ ਨੇ ਸਾਰੀਆਂ ਹਦਾਇਤਾਂ ਦਿੱਤੀਆਂ। ਉਹਨਾਂ ਹਦਾਇਤਾਂ ਦੇ ਵਿੱਚ ਜਿਹੜੀ ਇੱਕ ਹਦਾਇਤ ਸੀ ਕਿ ਤੁਸੀਂ 7 ਦਿਨ ਖਮੀਰੀ ਰੋਟੀ ਨਹੀਂ ਖਾਣੀ। ਕਹਿਣ ਦਾ ਕੀ ਮਤਲਬ, ਜਿਹੜੀ ਖਮੀਰੀ ਰੋਟੀ ਹੁੰਦੀ ਆ, ਮੰਨ ਲਓ ਕਿ ਇਹਦੇ 2 ਚੀਜ਼ਾਂ ਆ, ਪ੍ਰਭੂ 2 ਚੀਜ਼ਾਂ ਉਹਨਾਂ ਨੂੰ ਸਿਖਾ ਰਿਹਾ ਇਹਦੇ ਵਿੱਚ। ਨੰਬਰ 1 ਕਿ ਜਿਹੜੀ ਖਮੀਰੀ ਰੋਟੀ ਹੈ ਜਿਸ ਲਈ ਤੁਸੀਂ ਉਹ ਖਾਂਦੇ ਹੋ, ਖੁੱਲੀ ਰੋਟੀ ਹੁੰਦੀ ਹੈ, ਰਾਈਟ। ਸੋ ਉਹਦੇ ਨਾਲ ਜਿਹੜੀ ਤੁਸੀਂ ਜਿਹੜੇ ਉਹ ਖਾਂਦੇ ਹੋ, ਉਹਨਾਂ ਢਿੱਡ ਭਰ ਜਾਂਦਾ। 7 ਦਿਨ ਉਹਨਾਂ ਨੂੰ ਖਮੀਰੀ ਰੋਟੀ ਨਾ, ਖਮੀਰ ਤੋਂ ਬਗੈਰ ਰੋਟੀ ਖਿਲਾਉਣ ਦਾ ਮਤਲਬ ਇਹ ਹੈ। ਤੇ ਹੁਣ ਉਹਨਾਂ ਨੇ ਤੁਰ ਕੇ ਜਾਣਾ। ਸੋ ਇਹ ਇੱਕ। ਨੰਬਰ 2 ਦੇ ਉੱਤੇ ਪ੍ਰਭੂ ਜਿਹੜੀ ਚੀਜ਼ ਉਹਨਾਂ ਨੂੰ ਸਿਖਾ ਰਿਹਾ ਉਹ ਇਹ ਆ ਕਿ ਜੋ ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਹੁਣ ਉਸ ਦਾਇਰੇ ਦੇ ਵਿੱਚ ਰਹਿਣਾ। ਖਮੀਰ ਖਾਣ ਖਮੀਰ ਨਾ ਖਾਣ ਦਾ ਇੱਥੇ ਖਾਸ ਮਤਲਬ ਨਹੀਂ ਹੈਗਾ। ਇੱਥੇ ਹੈਗਾ ਕਿ ਮੈਂ ਤੁਹਾਨੂੰ ਇਹ ਇੰਸਟਰਕਸ਼ਨ ਦਿੱਤੀ ਹੈ, ਤੁਹਾਨੂੰ ਇਸ ਦੇ ਵਿੱਚ ਹੁਣ ਰਹਿਣਾ। ਇਹ ਉਹਨਾਂ ਦੇ ਲਈ ਇੱਕ ਪ੍ਰਭੂ ਨੇ ਹੱਦਾਂ ਵੀ ਬੰਨੀਆਂ ਕਿ ਤੁਸੀਂ ਹੁਣ ਇਹਨਾਂ ਹੱਦਾਂ ਦੇ ਵਿੱਚ ਰਹਿਣਾ। ਗਾਂ ਜਾ ਕੇ ਜਿਸ ਲਈ ਅਸੀਂ ਨਵੇਂ ਨਿਯਮ ਦੇ ਵਿੱਚ ਦੇਖਣਾ ਕਿ ਪ੍ਰਭੂ ਯਿਸੂ ਮਸੀਹ ਨੇ ਵੀ ਇਹੋ ਚੀਜ਼ ਕਹਿਣੀ। ਸੋ ਕਹਿਣ ਦਾ ਕੀ ਮਤਲਬ ਇਸਦਾ, ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਤੁਸੀਂ ਸਦੂਕੀਆਂ ਤੇ ਫਰੀਸੀਆਂ ਦੇ ਖਮੀਰ ਤੋਂ ਬਚ ਕੇ ਰਹਿਣਾ। ਕਹਿਣ ਦਾ ਕੀ ਮਤਲਬ ਕਿ ਇੱਕ ਸਿੱਖਿਆ ਤੁਹਾਨੂੰ ਮੈਂ ਦੇ ਰਿਹਾ, ਉਸ ਨੂੰ ਤੁਸੀਂ ਫਰੀਸੀਆਂ ਤੇ ਸਦੂਕੀਆਂ ਦੀਆਂ ਸਿੱਖਿਆਵਾਂ ਦੇ ਵਿੱਚ ਰਲਾ ਕੇ ਨਹੀਂ ਦੇਖਣਾ। ਤੂੰ ਉਹਨਾਂ ਨੂੰ ਰਲਾ ਕੇ ਕੋਈ ਨਵੀਂ ਚੀਜ਼ ਜੋ ਸਾਡੀ ਅੱਜ ਪ੍ਰੋਬਲਮ ਇਹ ਹੀ ਆ ਕਿ ਅਸੀਂ ਪ੍ਰਭੂ ਦੇ ਵਚਨ ਨੂੰ ਜਿਹੜਾ ਹੈਗਾ ਉਹ ਵਚਨ ਐਕਸਪਲੇਨ ਕਰਨ ਵਾਲਿਆਂ ਨੂੰ ਅਸੀਂ ਜ਼ਿਆਦਾ ਬਣਾ। ਔਰ ਉਹਨਾਂ ਨੇ ਜਿਸਲੇ ਦੇਖ ਲਿਆ ਕਿ ਇਹ ਹੁਣ ਸਾਡੇ ਸ਼ਿਕੰਜੇ ਦੇ ਵਿੱਚ ਫਸਦਾ ਆ, ਤਾਂ ਫਿਰ ਉਹਨਾਂ ਨੇ ਵਚਨ ਨੂੰ ਆਪਣੇ ਤਰੀਕੇ ਨਾਲ ਤੋੜਿਆ ਬਰੋੜਿਆ। ਔਰ ਜਿਹਦੇ ਤੋਂ ਇਹ ਸਾਰੀਆਂ ਕਲਟਾਂ, ਡਿਨੋਮੀਨੇਸ਼ਨ ਜੋ ਵੀ ਅਸੀਂ ਦੇਖਦੇ ਪਏ ਹਾਂ, ਇਹ ਸਭ ਕੁਛ ਉਹਦਾ ਹੀ ਉਹੀ ਕਾਰਨ, ਖਮੀਰ ਉਹਦਾ ਕਾਰਨ। ਸੋ ਹੁਣ ਪ੍ਰਭੂ ਨੇ ਇਹ ਕਹਿਤਾ ਕਿ ਜਿਹੜੀਆਂ ਇੰਸਟਰਕਸ਼ਨਸ ਹੁਣ ਤੁਹਾਨੂੰ ਮੈਂ ਦੇਣੀਆਂ, ਤੁਹਾਨੂੰ ਉਹਦੇ ਵਿੱਚ ਰਹਿਣਾ ਪੈਣਾ। ਸੋ ਇਹ ਪਹਿਲੇ 7 ਦਿਨ ਉਹਨਾਂ ਦੇ ਲਈ ਇੱਕ ਤਿਆਰੀ ਹੈ। ਫਿਜ਼ੀਕਲ ਤੌਰ ਤੇ ਵੀ ਪ੍ਰਭੂ ਉਹਨਾਂ ਨੂੰ ਤਿਆਰ ਕਰ ਰਹੇ, ਔਰ ਸਪਿਰਿਚੁਅਲ ਤੌਰ ਤੇ ਵੀ ਉਹਨਾਂ ਨੂੰ ਤਿਆਰ ਕਰ ਰਹੇ। ਸਪਿਰਿਚੁਅਲ ਤੌਰ ਤੇ ਇਸ ਕਰਕੇ ਕਿ ਹੁਣ ਉਹ ਪ੍ਰਭੂ ਦੀ ਆਵਾਜ਼ ਨੂੰ ਸੁਣਦੇ ਪਏ ਆ ਔਰ ਉਹਦੇ ਅਨੁਸਾਰ ਚੱਲਦੇ ਪਏ ਆ, ਆਪਣੀ ਮਰਜ਼ੀ ਨਹੀਂ ਕਰਦੇ
ਦੂਸਰੀ ਜਿਹੜੀ ਚੀਜ਼ ਉਸਨੇ ਕਹੀ ਹੈਗੀ ਕਿ ਹੁਣ ਤੁਸੀਂ ਜਿਹੜਾ ਇਸ ਨੂੰ ਖਾਣਾ, ਜਿਹੜਾ ਲੇਲੇ ਨੂੰ ਖਾਣਾ ਹੈ ਨਾ, ਉਸ ਨੂੰ ਭੁੰਨ ਕੇ ਖਾਣਾ। ਦੂਸਰੀ ਚੀਜ਼, ਉਸ ਨੂੰ ਅਗਲੇ ਦਿਨ ਤੱਕ ਬਚਾ ਕੇ ਰੱਖਣਾ, ਜੋ ਹੈ ਉਸ ਨੂੰ ਸਾੜ ਦੇਣਾ। ਔਰ ਫਿਰ ਉਸਨੇ ਲਹੂ ਦੇ ਲਈ ਇੰਸਟਰਕਸ਼ਨ ਦਿੱਤੀਆਂ। ਜਿਸ ਲਈ ਅਸੀਂ ਹੁਣ 24, 25, 26 ਮੈਥਿਊ ਦੇ ਵਿੱਚ ਆਉਣੇ ਆ। ਪ੍ਰਭੂ ਯਿਸੂ ਮਸੀਹ ਸਾਨੂੰ ਐਗਜ਼ੈਕਟ ਬਿਲਕੁਲ ਇਹਦੇ ਵਰਗੀਆਂ ਇੰਸਟਰਕਸ਼ਨ ਸਾਨੂੰ ਪ੍ਰਭੂ ਯਿਸੂ ਮਸੀਹ ਦਿੰਦੇ ਪਏ। ਸੋ ਆਓ ਮੇਰੇ ਨਾਲ ਇੱਥੇ ਆਪਣਾ ਹੱਥ ਰੱਖਿਓ, ਜਾਂ ਜਿਹੜਾ ਤੁਹਾਡੀ ਬਾਈਬਲ ਦੇ ਵਿੱਚ ਧਾਗਾ ਹੁੰਦਾ ਉਸ ਨੂੰ ਇੱਥੇ ਰੱਖ ਲਓ। ਸੋ ਆਓ ਅਸੀਂ ਮੱਤੀ ਦੇ ਵਿੱਚ ਚੱਲੀਏ। ਮੱਤੀ ਦੇ ਮੈਂ ਸਾਰੇ ਨਹੀਂ ਪੜੂੰਗਾ, ਮੈਂ ਜਿਸ ਤਰ੍ਹਾਂ ਕਿ ਤੁਸੀਂ ਇਸ ਨੂੰ ਤੁਸੀਂ ਆਪ ਪੜ੍ਹ ਸਕਦੇ ਆ, ਤਿੰਨਾਂ ਨੂੰ ਤੁਸੀਂ ਆਪ ਪੜ੍ਹ ਸਕਦੇ, ਤਿੰਨਾਂ ਚੈਪਟਰਾਂ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਭ ਕੁਛ ਇਹ ਚੀਜ਼ਾਂ ਦੱਸੀਆਂ। ਔਰ ਇੱਥੇ ਵੀ ਇੱਕ ਬਰਬਾਦੀ ਦੇ ਬਾਰੇ ਦੱਸਿਆ। ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਪ੍ਰਭੂ ਯਿਸੂ ਮਸੀਹ ਨੇ ਦੱਸੀਆਂ, ਅਖੀਰਲੇ ਦਿਨ ਜਿਸ ਵੇਲੇ ਆਉਣਗੇ ਕਿੱਦਾਂ ਦੇ ਹੋਣਗੇ। ਹੁਣ ਉਹਨਾਂ ਨੂੰ ਦੱਸ ਦਿੱਤਾ ਹੈਗਾ ਕਿ ਹੁਣ ਬਰਬਾਦੀ ਆ ਰਹੀ ਹੈ। ਇੱਕ ਬਰਬਾਦੀ ਉਹਨਾਂ ਨੇ ਦੇਖ ਲਈ ਆ, ਜਿਹੜੀ ਪਿਛਲੇ ਇੱਕ ਪੂਰੇ ਮਹੀਨੇ ਤੋਂ ਚੱਲਦੀ ਪਈ ਹੈ ਉੱਥੇ। ਔਰ ਇਸ ਵੇਲੇ ਉੱਥੇ ਦੇਖਣ ਨੂੰ ਹਰੀ ਚੀਜ਼ ਨਹੀਂ, ਇਸ ਵੇਲੇ ਉੱਥੇ ਬਦਬੂ ਹੀ ਬਦਬੂ। ਉੱਥੇ ਡੱਡੂਆਂ ਦੇ ਵੀ ਢੇਰ ਲੱਗੇ ਵਾ, ਉਹ ਵੀ ਸੜਾਂਤ ਮਾਰਦੇ ਪਏ ਆ, ਮੱਛੀਆਂ ਸੜਾਂਤ ਮਾਰਦੀਆਂ ਪਈਆਂ। ਹਰ ਪਾਸੇ ਡਿਸਟਰਕਸ਼ਨ ਹੀ ਡਿਸਟਰਕਸ਼ਨ ਆ, ਮੌਤ ਹੀ ਮੌਤ ਉਹਨਾਂ ਦੇ ਆਲੇ। ਔਰ ਹਾਲੇ ਤੱਕ ਜਿਹੜੇ ਉਹਨਾਂ ਦੇ ਫੋੜਿਆਂ ਦੇ ਨਿਸ਼ਾਨ ਉਹ ਵੀ ਨਹੀਂ ਮੁੱਕੇ ਹੈਗੇ। ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਉਹ ਗੁਜ਼ਰਦੇ ਪਏ ਆ। ਠੀਕ, ਸੋ ਅਸੀਂ ਹੁਣ ਇੱਥੇ ਦੇਖਦੇ ਪਏ ਹਾਂ ਕਿ 24ਵੇਂ ਭਾਵ ਦੇ ਵਿੱਚ ਪ੍ਰਭੂ ਯਿਸੂ ਮਸੀਹ ਇਹ ਦੱਸਦੇ ਪਏ ਕਿ ਜਿਸਲੇ ਅਖੀਰਲੇ ਦਿਨ ਆਉਣੇ ਆ ਉਹ ਕਿੱਦਾਂ ਦੇ ਦੁੱਖ ਤੇ ਤਸੀਹੇ ਉਹਨਾਂ ਦਿਨਾਂ ਦੇ ਵਿੱਚ ਹੋਣੇ। ਸੋ ਪ੍ਰਭੂ ਯਿਸੂ ਮਸੀਹ ਨੇ 24ਵੇਂ ਭਾਵ ਦੇ ਵਿੱਚ ਮੰਦਿਰ ਦੀ ਬਰਬਾਦੀ, 24ਵੇਂ ਭਾਵ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਸਾਰੇ ਝੂਠੇ ਨਬੀ ਆਉਣਗੇ। ਸੋ ਆਓ ਅਸੀਂ ਜਿਹੜਾ ਪਹਿਲਾ ਹਿੱਸਾ ਪੜਾਂਗੇ ਇੱਥੋਂ, ਅਸੀਂ 24ਵਾਂ ਭਾਵ ਉਸਦੀ 1 ਆਇਤ ਤੋਂ ਲੈ ਕੇ 14 ਆਇਤ ਤੱਕ ਦੇਖਾਂਗੇ। ਮੱਤੀ ਦਾ ਪੰਨਾ 47 ਜਿਸ ਨੂੰ ਮੈਂ ਪੜ੍ਹ ਦਿੰਦੀ ਪਾਸਟਰ। ਮੰਦਿਰ ਦੀ ਬਰਬਾਦੀ ਬਾਰੇ ਅਗੰਮੀ ਵਾਕ। ਜਦੋਂ ਯਿਸੂ ਮੰਦਿਰ ਤੋਂ ਨਿਕਲ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ ਕਿ ਉਹਨਾਂ ਨੂੰ ਮੰਦਿਰ ਦੀਆਂ ਇਮਾਰਤਾਂ ਦਿਖਾਉਣ। ਪਰ ਯਿਸੂ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਇਹ ਸਭ ਕੁਝ ਦੇਖ ਰਹੇ ਹੋ? ਹਾਂ, ਪਰ ਇੱਥੇ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਬਰਬਾਦ ਨਾ ਕੀਤਾ ਜਾਵੇਗਾ। ਦੁੱਖ ਅਤੇ ਤਸੀਹੇ। ਫਿਰ ਜਦੋਂ ਯਿਸੂ ਜੈਤੂਨ ਪਹਾੜ ਤੇ ਬੈਠੇ ਹੋਏ ਸਨ ਤਾਂ ਚੇਲੇ ਉਹਨਾਂ ਕੋਲ ਕਾਂਤ ਵਿੱਚ ਆਏ ਤੇ ਪੁੱਛਣ ਲੱਗੇ, ਸਾਨੂੰ ਦੱਸੋ ਇਹ ਸਭ ਗੱਲਾਂ ਕਦੋਂ ਹੋਣਗੀਆਂ? ਤੁਹਾਡਾ ਦੂਜੀ ਵਾਰ ਆਉਣ ਦਾ ਅਤੇ ਇਸ ਯੁੱਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਸਾਵਧਾਨ ਰਹਿਣਾ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ। ਬਹੁਤ ਸਾਰੇ ਲੋਕੀ ਮੇਰੇ ਨਾਂ ਤੇ ਆਉਣਗੇ ਅਤੇ ਕਹਿਣਗੇ, ਮੈਂ ਮਸੀਹ ਹਾਂ। ਉਹ ਬਹੁਤਿਆਂ ਨੂੰ ਕੁਰਾਹੇ ਪਾ ਦੇਣਗੇ। ਤੁਸੀਂ ਲੜਾਈਆਂ ਦੀਆਂ ਅਫਵਾਹਾਂ ਦੂਰੋਂ ਅਤੇ ਨੇੜਿਓਂ ਸੁਣੋਗੇ, ਪਰ ਸਾਵਧਾਨ, ਘਬਰਾਉਣਾ ਨਹੀਂ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਅਜੇ ਦੂਰ ਹੈ। ਕੌਮ ਕੌਮ ਦੇ ਵਿਰੁੱਧ ਖੜੀ ਹੋ ਜਾਵੇਗੀ ਅਤੇ ਰਾਜ ਤੇ ਚੜ੍ਹਾਈ ਕਰੇਗਾ। ਕਈ ਥਾਂ ਭੁਚਾਲ ਆਉਣਗੇ ਤੇ ਅਕਾਲ ਪੈਣਗੇ। ਇਹ ਸਭ ਗੱਲਾਂ ਤਾਂ ਦੁੱਖਾਂ ਦਾ ਸ਼ੁਰੂ ਹੀ ਹੋਣਗੀਆਂ। ਉਸ ਸਮੇਂ ਲੋਕੀ ਤੁਹਾਨੂੰ ਘੋਰ ਪੀੜਾਂ ਦੇ ਲਈ ਸੌਂਪ ਦੇਣਗੇ ਤੇ ਕਤਲ ਕਰ ਦੇਣਗੇ। ਸਭ ਕੌਮਾਂ ਤੁਹਾਨੂੰ ਮੇਰੇ ਨਾਂ ਦੇ ਕਾਰਨ ਘਿਰਣਾ ਕਰਨਗੀਆਂ। ਬਹੁਤ ਸਾਰੇ ਆਪਣੇ ਵਿਸ਼ਵਾਸ ਤੋਂ ਫਿਰ ਜਾਣਗੇ, ਇੱਕ ਦੂਜੇ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਜੇ ਨੂੰ ਘਿਰਣਾ ਕਰਨਗੇ। ਬਹੁਤ ਸਾਰੇ ਝੂਠੇ ਨਬੀ ਪੈਦਾ ਹੋਣਗੇ ਅਤੇ ਬਹੁਤਿਆਂ ਲੋਕਾਂ ਨੂੰ ਕੁਰਾਹੇ ਪਾ ਦੇਣਗੇ। ਬੇਨੇਮੀ ਇੱਥੋਂ ਤੱਕ ਵੱਧ ਜਾਵੇਗੀ ਕਿ ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇਗਾ, ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਤੇ ਪੱਕਾ ਰਹੇਗਾ ਉਹ ਬਚਾਇਆ ਜਾਵੇਗਾ। ਪਰਮੇਸ਼ਰ ਦੇ ਰਾਜ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਭ ਮਾਨਵ ਜਾਤੀਆਂ ਦੇ ਸਾਹਮਣੇ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਅੰਤ ਆ ਜਾਵੇਗਾ। ਆਮੀਨ। ਫਿਰ ਅੰਤ ਆ ਜਾਵੇਗਾ। ਸੋ ਇਹ ਜਿਹੜਾ ਹਿੱਸਾ ਸੀ ਸਾਰਾ ਪੜਿਆ, ਇਹ ਖਮੀਰ ਦੇ ਬਾਰੇ, ਇਹ ਬੇਸਿਕਲੀ ਖਮੀਰ ਦੇ ਬਾਰੇ। ਜਿਸ ਤਰ੍ਹਾਂ ਪ੍ਰਭੂ ਨੇ ਉੱਥੇ ਹੱਦਾਂ ਬੰਨੀਆਂ ਤੇ ਤੁਸੀਂ ਇਹਨਾਂ 7 ਦਿਨਾਂ ਦੇ ਵਿੱਚ ਕੋਈ ਚੀਜ਼ ਖਮੀਰੀ ਨਹੀਂ ਖਾਣੀ।
ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਜਿਹੜੀਆਂ ਸਾਨੂੰ ਹੱਦਾਂ ਦਿੱਤੀਆਂ ਆ, ਔਰ ਪ੍ਰਭੂ ਯਿਸੂ ਮਸੀਹ ਨੇ ਉਸ ਖਮੀਰ ਨੂੰ ਪਹਿਲਾਂ ਖੋਲ ਕੇ ਦੱਸਿਆ ਸੀਗਾ ਕਿ ਖਮੀਰ ਕੀ ਹੈ। ਸੋ ਹੁਣ ਸਾਨੂੰ ਉਸ ਖਮੀਰ ਨੂੰ ਅੱਗੇ ਪ੍ਰਭੂ ਯਿਸੂ ਮਸੀਹ ਖੋਲ ਕੇ ਦੱਸਦੇ ਪਏ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ। ਜੇ ਅਸੀਂ ਜਿਹੜਾ ਸਾਡਾ ਕੂਚ ਹੋਣਾ ਇੱਥੇ, ਔਰ ਜੇ ਅਸੀਂ ਉਸ ਕੂਚ ਦੇ ਲਈ ਤਿਆਰ ਰਹਿਣਾ, ਜੇ ਤਿਆਰ ਹੋਣਾ ਮੰਗਦੇ ਹਾਂ, ਤੇ ਸਾਨੂੰ ਇਹ ਚੀਜ਼ਾਂ ਫੋਲੋ ਕਰਨੀਆਂ ਪੈਣੀਆਂ ਟੂ ਦ ਟੀਥ। ਅਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਮਿਸ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਪਾਸਟਰ ਸੋਤਾ ਨੇ ਏਦਾਂ ਦੁਆ ਨਹੀਂ ਕੀਤੀ, ਜਾਂ ਸਾਡੇ ਪਾਸਟਰ ਨੇ ਏਦਾਂ ਦੁਆ ਨਹੀਂ ਕੀਤੀ, ਉਹ ਜਿਹੜਾ ਫਲਾਣਾ ਉਹ ਏਦਾਂ ਦੁਆਵਾਂ ਕਰਦਾ। ਇਸ meaningless. Listen to me, ਇਸ meaningless. ਪ੍ਰਭੂ ਆਪਣੇ ਲੋਕਾਂ ਦੇ ਨਾਲ ਆਪ ਰਿਸ਼ਤਾ ਬਣਾਉਣਾ। ਸਾਨੂੰ ਪ੍ਰਭੂ ਨੇ ਸਿਰਫ ਇੰਨਾ ਮੌਕਾ ਦਿੱਤਾ ਕਿ ਅਸੀਂ ਤੁਹਾਡਾ ਧਿਆਨ ਖਿੱਚ ਕੇ ਪ੍ਰਭੂ ਦੇ ਵੱਲ ਨੂੰ ਲੈ ਕੇ ਜਾਈਏ, ਉਹਦੇ ਵਚਨ ਨੂੰ ਵੱਲ ਨੂੰ ਲੈ ਕੇ ਜਾਈਏ, ਉਹਦੇ ਵਚਨ 'ਚ ਤੁਹਾਨੂੰ ਉਹ ਖਜ਼ਾਨੇ, ਉਹ ਖੁਰਾਕ ਦਿਖਾਈਏ ਜਿਸ ਦੇ ਨਾਲ ਮਨ ਨੂੰ, ਤਨ ਨੂੰ, ਆਤਮਾ ਨੂੰ ਭਰਪੂਰੀ ਮਿਲਦੀ। That is the purpose of it. ਕਿ ਇਹਦਾ ਚਸਕਾ ਤੁਹਾਨੂੰ ਲਾ ਕੇ ਦੇਈਏ। ਜਿੱਦਾਂ ਅਮਲੀ ਨੂੰ ਚਸਕਾ ਹੁੰਦਾ ਨਾ ਫੀਮ ਦਾ, ਏਦਾਂ ਤੁਹਾਨੂੰ ਵਚਨ ਦਾ ਚਸਕਾ ਲਾ। And that's how ਤਾਂ ਸਾਨੂੰ ਪਰਮੇਸ਼ਵਰ ਦੀ ਨਜ਼ਦੀਕੀ ਮਿਲਦੀ ਆ। ਸੋ ਪ੍ਰਭੂ ਸਾਨੂੰ ਇਹੋ ਹੀ ਚੀਜ਼ ਇੱਥੇ ਕਹਿ ਰਿਹਾ ਕਿ ਸਾਨੂੰ ਬਹੁਤ ਚੀਜ਼ਾਂ ਤੋਂ ਬਚ ਕੇ ਰਹਿਣਾ ਪੈਣਾ, ਸਾਨੂੰ ਬਹੁਤ ਸਾਰੀਆਂ ਅਫਵਾਹਾਂ ਤੋਂ ਬਚ ਕੇ ਰਹਿਣਾ ਪੈਣਾ। ਬਹੁਤ ਸਾਰੇ ਝੂਠੇ ਮਸੀਹ ਆਉਣਗੇ ਤਾਂ ਤੁਸੀਂ ਇਹ ਸੁਣਾ ਕਿ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਉਹਦੇ ਮਗਰ ਕੌਣ ਚੱਲ ਜਾਊ। ਤੁਸੀਂ ਪੁੱਛੋ ਨਾ, ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਹਨ, ਉਹਨਾਂ ਦੀਆਂ ਚਰਚਾਂ ਭਰੀਆਂ ਪਈਆਂ, ਔਰ ਅਨਪੜ੍ਹ ਲੋਕਾਂ ਦੇ ਨਾਲ ਨਹੀਂ, ਪੜ੍ਹੇ ਲਿਖਿਆ ਲੋਕਾਂ ਦੇ ਨਾਲ। ਕਿਉਂ? ਕਿਉਂਕਿ ਉਹਨਾਂ ਨੂੰ ਲੋਕਾਂ ਦੇ ਕੰਨ ਦੇ ਵਿੱਚ ਖਾਜ ਕਰਨੀ ਆਉਂਦੀ, ਔਰ ਖਾਜ ਕਰਾਉਂਦੇ ਉਹ ਆਪਣਾ ਜਿਹੜਾ ਰਸਤਾ ਹੈ, ਉਹ ਜਿਹੜਾ ਦਰਵਾਜ਼ਾ ਆ, ਉਹ ਤੋਂ ਬਾਹਰ ਆ ਜਾਂਦੇ। ਉਹ ਜਿੱਥੇ ਲਹੂ ਲੱਗਾ ਆ, ਉਸ ਮੋੜ ਤੋਂ ਬਾਹਰ ਆ ਜਾਂਦੇ। ਔਰ ਵੈਰੀ ਦਾ ਬਸ ਇੰਨਾ ਹੀ ਕੰਮ। That's it. ਜਿੱਦਾਂ ਅਸੀਂ ਪ੍ਰਭੂ ਦੇ ਵਚਨ 'ਚ ਪਹਿਲਾਂ ਪੜ੍ਹ ਕੇ ਹਟੇ ਸੀ, ਇੱਕ ਦੇਖਿਆ ਸੀ ਕਿ ਉਸਨੇ ਕਿਹਾ ਸੀ ਕਿ ਐਣ ਪਏਗੀ, ਔਰ ਇੰਨੀ ਐਣ ਪਏਗੀ ਕਿ ਜਿਹੜਾ ਬਾਹਰ ਚੀਜ਼ ਹੋਏਗੀ, ਬਾਹਰ ਜਾਨਵਰ ਹੋਏਗਾ, ਬੰਦਾ ਹੋਏਗਾ, ਉਹ ਮਰ ਜਾਏਗਾ। ਸੋ ਇਸ ਕਰਕੇ ਆਪਣੇ ਨੂੰ ਉਸਨੇ ਕਹਿਤਾ, ਇਸ ਕਰਕੇ ਆਪਣੇ ਨੌਕਰਾਂ ਨੂੰ, ਆਪਣੇ ਔਰ ਜਾਨਵਰਾਂ ਨੂੰ ਆਪਣੇ ਦੇਸ਼ ਦੇ ਵਿੱਚ ਕਹਿ ਦੇ ਕਿ ਉਹਨਾਂ ਨੂੰ ਅੰਦਰ ਲੈ ਜਾ। ਤੇ ਰਾਜਾ ਨੇ ਕਿਹਾ ਇੱਥੇ ਤਾਂ ਕਦੀ ਐਣ ਪਈ ਨਹੀਂ, ਮੀਂਹ ਤਾਂ ਇੱਥੇ ਮਸੀਂ ਪੈਂਦਾ, ਲੇਕਿਨ ਐਣ ਪਈ। ਲੇਕਿਨ ਬਹੁਤ ਸਾਰੇ ਜਿਹੜੇ ਪ੍ਰਭੂ ਤੋਂ ਡਰਦੇ ਸੀਗੇ ਮਿਸਰੀ, ਉਹਨਾਂ ਨੇ ਆਪਣੇ ਪਸ਼ੂ ਅੰਦਰ ਕਰ ਲਏ, ਉਹ ਆਪ ਅੰਦਰ ਚਲੇ ਗਏ, ਆਪਣੇ ਨੌਕਰਾਂ ਨੂੰ ਅੰਦਰ ਲੈ ਗਏ, ਉਹ ਬਚ ਗਏ। ਔਰ ਇਹੋ ਹੀ ਚੀਜ਼ ਹੈ ਇੱਥੇ ਆ, ਇਹੋ ਚੀਜ਼ ਹੈ ਜਿਹੜੀ ਸਾਨੂੰ ਪ੍ਰਭੂ ਯਿਸੂ ਮਸੀਹ ਇੱਥੇ ਦੇ ਰਹੇ ਕਿ ਕੋਈ ਆਪਣੇ ਆਪ ਨੂੰ ਕਰਾਹੇ ਨਾ ਪਾਵੇ, ਸਾਵਧਾਨ ਰਹਿਣਾ। ਬਹੁਤ ਸਾਰੇ ਮੇਰੇ ਨਾਂ ਦੇ ਉੱਤੇ ਲੋਕੀ ਆਉਣਗੇ ਔਰ ਕਹਿਣਗੇ ਕਿ ਮੈਂ ਹੀ ਮਸੀਹ ਹਾਂ। ਸੋ ਇਹ ਇੱਕ ਲੈਵਲ। ਫਿਰ ਉਸ ਤੋਂ ਬਾਅਦ ਤੁਸੀਂ ਅਫਵਾਹਾਂ ਸੁਣੋਗੇ, ਦੂਰੋਂ ਨੇੜਿਓਂ ਅਫਵਾਹਾਂ ਸੁਣੋਗੇ, ਔਰ ਇਹੋ ਜਿਹੀਆਂ ਗੱਲਾਂ ਤੁਸੀਂ ਸਾਵਧਾਨ ਰਹਿਣਾ, ਬਚ ਕੇ ਰਹਿਣਾ, ਕਿਉਂਕਿ ਅੰਤ ਹਜੇ ਦੂਰ। ਹੋਰ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਅਗਲੀਆਂ ਚੀਜ਼ਾਂ ਕਿਹੜੀਆਂ? ਕੌਣ ਤੇ ਚੜਾਈ ਕਰੇਗੀ, ਰਾਜ ਤੇ ਚੜਾਈ ਕਰੇਗਾ, ਹਰ ਥਾਂ ਪਚਾੜ ਹੋਣਗੇ, ਅਕਾਲ ਪੈਣਗੇ। ਇਹ ਸਭ ਗੱਲਾਂ ਦੁੱਖਾਂ ਦਾ ਸ਼ੁਰੂ। ਉਸ ਸਮੇਂ ਲੋਕੀ ਤੁਹਾਨੂੰ ਘੋਰ ਪੀੜਾਂ ਦੇ ਲਈ ਸੌਂਪ ਸੀ, ਔਰ ਇਸ ਵੇਲੇ ਚਾਚੇ ਇਸ ਚੀਜ਼ ਦੇ ਵਿੱਚੋਂ ਨਹੀਂ ਲੰਘਦੀ ਹੋਈ। ਇਹ ਅਸੀਂ ਵੈਸਟ ਦੇ ਵਿੱਚ ਆ, ਲੇਕਿਨ ਬਾਕੀ ਸਾਰੀ ਦੁਨੀਆ ਦੇ ਵਿੱਚ ਇਸ ਚੀਜ਼ ਦੇ ਵਿੱਚ ਵੀ ਲੰਘਦੀ ਹੋਈ ਕਿ ਉਹਨਾਂ ਦੇ ਬੱਚਿਆਂ ਨੂੰ ਮਾਰਿਆ ਜਾ ਰਿਹਾ, ਨੌਕਰੀ
ਇੰਡੀਆ ਦੇ ਵਿੱਚ ਪੁੱਛ ਕੇ ਦੇਖੋ ਮਸੀਹਾਂ ਨੂੰ ਕੀ ਹਾਲ ਉਹ ਕਰਦੇ, ਔਰ ਕਤਲ ਕਰ ਦੇਣਗੇ। ਸਭ ਕੌਮਾਂ ਤੁਹਾਨੂੰ ਮੇਰੇ ਨਾਮ ਦੇ ਕਾਰਨ ਘਿਰਣਾ ਕਰਨਗੇ। ਅੱਗੇ ਬਹੁਤ ਸਾਰੇ ਆਪਣੇ ਵਿਸ਼ਵਾਸ ਤੋਂ ਫਿਰ ਜਾਣਗੇ, ਇੱਕ ਦੂਜੇ ਨਾਲ ਵਿਸ਼ਵਾਸਘਾਤ ਕਰਨਗੇ, ਇੱਕ ਦੂਜੇ ਨੂੰ ਘਿਰਣਾ ਕਰਨਗੇ। ਬਹੁਤ ਸਾਰੇ ਝੂਠੇ ਨਬੀ ਪੈਦਾ ਹੋ ਜਾਣਗੇ, ਬਹੁਤਿਆਂ ਨੂੰ ਕੁਰਾਨ ਪਾ ਦੇਣਗੇ। ਬਨੇਮੀ ਇੱਥੇ ਤੱਕ ਵੱਧ ਜਾਵੇਗੀ ਕਿ ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇ। Aren't we going through those times? ਸਾਨੂੰ ਆਪਣੇ ਫੋਨਾਂ ਦੇ ਨਾਲ ਜ਼ਿਆਦਾ ਪਿਆਰ, ਇੱਕ ਕਮਰੇ 'ਚ ਬੈਠ ਕੇ ਇੱਕ ਦੂਜੇ ਨੂੰ ਟੈਕਸਟ ਕਰਦੇ, ਕਿੰਨਾ ਪਿਆਰ ਠੰਡਾ ਪੈ ਚੁੱਕਾ ਹੈ। ਇੱਕ ਵੇਲਾ ਸੀ ਜਦੋਂ ਇਨਸਾਨ ਨੂੰ ਮਿਲਣ ਨੂੰ ਤਰਸਦਾ ਸੀ, ਚਾਹ ਚੜ ਜਾਂਦਾ ਸੀ ਜਿਸ ਦੇ ਕੋਲ ਹੁੰਦਾ ਸੀ। ਲੇਕਿਨ ਹੁਣ ਅਸੀਂ ਟੈਕਸਟ ਤੇ ਗੱਲਾਂ ਕਰਨੀਆਂ ਲੱਗ ਗਏ, WhatsApp ਤੇ, ਫੋਨ ਤੇ ਨਹੀਂ, ਟੈਕਸਟ ਤੇ ਗੱਲਾਂ ਕਰਦੇ। ਕੀ ਹਾਲਤ ਹੋ ਗਈ। ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਤੇ ਪੱਕਾ ਰਹੇਗਾ, ਬਚਾਇਆ ਜਾਵੇਗਾ। ਪਰਮੇਸ਼ਰ ਦੇ ਰਾਜ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਭ ਮਾਨਵ ਜਾਤੀ ਦੇ ਸਾਹਮਣੇ ਗਵਾਹੀ ਦੇ ਤੌਰ ਤੇ ਅਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਵੇਗਾ। ਕੋਨੇ ਕੀਤਾ ਜਾਏਗਾ। ਅਸੀਂ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ। ਅਗਲੇ ਹਿੱਸੇ ਵੀ ਸਾਰੇ ਪੜ੍ਹਨ ਵਾਲੇ ਆ, ਤੁਸੀਂ ਇਹਨਾਂ ਨੂੰ ਟਾਈਮ ਕੱਢ ਕੇ ਜ਼ਰੂਰ ਪੜ੍ਹਿਓ। ਲੇਕਿਨ ਹੁਣ ਉਹਨਾਂ ਦੀ ਜਿਹੜੀ ਤਿਆਰੀ, ਤੁਸੀਂ ਆਪਣੀ ਜੁੱਤੀ, ਆਪਣੇ ਕੱਪੜੇ, ਆਪਣੀਆਂ ਸਾਰੀਆਂ ਚੀਜ਼ਾਂ ਲੈ ਕੇ ਤਿਆਰ ਰਹਿਣਾ, ਕਿਉਂਕਿ ਮੁਕਤੀ ਦਾ ਸਮਾਂ ਆ ਰਿਹਾ, ਛੁਟਕਾਰੇ ਦਾ ਸਮਾਂ ਆ ਰਿਹਾ, ਉਹ ਸਮਾਂ ਨਜ਼ਦੀਕ। ਪਰ ਲਹੂ ਦੇ ਵਿੱਚ ਛੁਪ ਕੇ ਰਹਿਣਾ, ਲਹੂ ਦੇ ਵਿੱਚ ਛੁਪ ਕੇ ਰਹਿਣਾ ਤੇ ਉਸ ਲੇਲੇ ਦੇ ਮਾਸ ਦੇ ਨਾਲ ਰੱਜ ਕੇ ਰਹਿਣਾ। ਔਰ ਕੌੜੇ ਉਹਨਾਂ ਨੇ ਮਸਾਲੇ, ਕਹਿਣ ਦਾ ਮਤਲਬ ਕਿ ਜਿਹੜੇ ਤੁਸੀਂ ਇੱਥੇ ਕੌੜੇ ਦਿਨ ਤੁਹਾਡੇ ਤੇ ਰਹੇ ਆ, ਉਹਨਾਂ ਯਾਦਾਂ ਨੂੰ ਨਾਲ ਰੱਖ। ਕੌੜੇ ਮਸਾਲਿਆਂ ਦਾ ਮਤਲਬ ਇਹ ਹੈ, ਕੌੜੇ ਮਸਾਲੇ ਉਹ ਇਸ ਕਰਕੇ ਖਾਂਦੇ ਸੀ ਉਸ ਦੇ ਨਾਲ, ਤਾਂ ਕਿ ਉਹਨਾਂ ਨੂੰ ਚੇਤੇ ਰਹੇ, ਉਹ ਕੌੜੇ ਦਿਨ ਚੇਤੇ ਰਹਿਣ ਜਿਨ੍ਹਾਂ ਦੇ ਵਿੱਚੋਂ ਪ੍ਰਭੂ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ। ਸੋ 25ਵਾਂ ਭਾਵ ਅਸੀਂ ਇਸ ਦੀਆਂ 1 ਤੋਂ ਲੈ ਕੇ 13 ਆਇਤਾਂ ਤੱਕ ਦੇਖਾਂਗੇ। ਜਿਸ ਮੈਂ ਪੜ੍ਹਦੀ ਹਾਂ ਫਸਟ 10 ਕੁਆਰੀਆਂ ਦੀ ਰੂਪ ਕਥਾ। ਉਸਨੇ ਸਵਰਗ ਦਾ ਰਾਜ ਉਹਨਾਂ 10 ਕੁਆਰੀਆਂ ਵਰਗਾ ਹੋਵੇਗਾ ਜੋ ਆਪਣੇ ਦੀਵੇ ਲੈ ਕੇ ਲਾੜੇ ਦੇ ਸਵਾਗਤ ਲਈ ਨਿਕਲੀਆਂ। ਉਹਨਾਂ ਵਿੱਚੋਂ 5 ਮੂਰਖ ਸਨ ਅਤੇ ਦੂਜੀਆਂ 5 ਬੁੱਧੀਮਾਨ। 5 ਮੂਰਖਾਂ ਨੇ ਆਪਣੇ ਦੀਵੇ ਤਾਂ ਨਾਲ ਲੈ ਲਏ, ਪਰ ਫਾਲਤੂ ਤੇਲ ਨਾ ਲਿਆ। ਪਰ ਬੁੱਧੀਮਾਨਾਂ ਨੇ ਆਪਣੀਆਂ ਤੇਲ ਵਾਲੀਆਂ ਕੁੱਪੀਆਂ ਵਿੱਚ ਫਾਲਤੂ ਤੇਲ ਵੀ ਆਪਣੇ ਦੀਵਿਆਂ ਨਾਲ ਲੈ ਲਿਆ। ਲਾੜੇ ਨੇ ਆਉਣ ਵਿੱਚ ਦੇਰ ਕਰ ਦਿੱਤੀ, ਇਸ ਲਈ ਉਹ ਸਾਰੀਆਂ ਨੀਂਦ ਨਾਲ ਉਂਘਣ ਵਿੱਚ ਲੱਗ ਪਈਆਂ ਤੇ ਅੰਤ ਵਿੱਚ ਸੌਂ ਗਈਆਂ। ਅੱਧੀ ਰਾਤ ਦੇ ਵੇਲੇ ਸ਼ੋਰ ਮਚ ਗਿਆ ਕਿ ਲਾੜਾ ਵੀ ਆ ਗਿਆ ਹੈ, ਉਸ ਦੇ ਸਵਾਗਤ ਲਈ ਬਾਹਰ ਆਵੋ। ਇਹ ਸੁਣ ਕੇ ਉਹ 10 ਕੁਆਰੀਆਂ ਉੱਠੀਆਂ ਤੇ ਆਪਣੇ ਦੀਵੇ ਤਿਆਰ ਕਰਨ ਲੱਗੀਆਂ। ਉਸ ਵੇਲੇ ਮੂਰਖਾਂ ਨੇ ਬੁੱਧੀਮਾਨਾਂ ਨੂੰ ਕਿਹਾ, ਸਾਨੂੰ ਆਪਣੇ ਤੇਲ ਵਿੱਚੋਂ ਤੇਲ ਦੇਵੋ, ਕਿਉਂਕਿ ਸਾਡੇ ਦੀਵੇ ਬੁਝ ਰਹੇ ਹਨ। ਪਰ ਬੁੱਧੀਮਾਨਾਂ ਨੇ ਉਹਨਾਂ ਨੂੰ ਉੱਤਰ ਦਿੱਤਾ, ਹੋ ਸਕਦਾ ਹੈ ਕਿ ਇਹ ਸਾਡੇ ਅਤੇ ਤੁਹਾਡੇ ਦੋਹਾਂ ਲਈ ਕਾਫੀ ਨਾ ਹੋਵੇ, ਇਸ ਲਈ ਚੰਗਾ ਹੈ ਕਿ ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਮੁੱਲ ਲੈ ਲਵੋ। ਪਰ ਜਦੋਂ ਅਜੇ ਉਹ 5 ਮੂਰਖਾਂ ਮੁੱਲ ਲੈਣ ਲਈ ਜਾ ਰਹੀਆਂ ਸਨ ਤਾਂ ਲਾੜਾ ਆ ਗਿਆ। ਇਸ ਲਈ ਜੋ ਤਿਆਰ ਸਨ ਲਾੜੇ ਦੇ ਨਾਲ ਵਿਆਹ ਭੋਜ ਦੇ ਲਈ ਅੰਦਰ ਚਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਹੋ ਗਿਆ। ਪਿੱਛੋਂ ਬਾਕੀ ਦੀਆਂ ਕੁਆਰੀਆਂ ਵੀ ਆਈਆਂ ਤੇ ਕਹਿਣ ਲੱਗੀਆਂ, ਸ਼੍ਰੀਮਾਨ ਜੀ ਸਾਡੇ ਲਈ ਦਰਵਾਜ਼ਾ ਖੋਲੋ। ਪਰ ਅੰਦਰੋਂ ਲਾੜੇ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਹਾਂ। ਯਿਸੂ ਨੇ ਅੰਤ ਵਿੱਚ ਕਿਹਾ, ਚੌਕਸ ਰਹੋ, ਕਿਉਂਕਿ ਤੁਸੀਂ ਉਸ ਘੜੀ ਨੂੰ ਅਤੇ ਦਿਨ ਨੂੰ ਨਹੀਂ ਜਾਣਦੇ ਹੋ। ਸੋ ਅੱਗੇ ਵੀ ਅਸੀਂ ਉਹ ਤਿੰਨ ਨੌਕਰਾਂ ਦੀ ਰੂਪ ਕਥਾ ਦੇਖਦੇ ਪਏ ਹਾਂ, ਕੌਮਾਂ ਦਾ ਨਿਆਂ ਦੇਖਦੇ ਪਏ ਹਾਂ, ਔਰ ਉਹ ਸਾਰੀਆਂ ਚੀਜ਼ਾਂ ਜਿਸ ਦੇ ਅਸੀਂ ਸਭ ਕੁਝ ਦੇਖਦੇ ਪਏ ਹਾਂ। ਤੇ ਫਿਰ ਅਸੀਂ ਪ੍ਰਭੂ ਯਿਸੂ ਮਸੀਹ ਦਾ ਅਭਿਸ਼ੇਕ ਦੇਖਦੇ ਪਏ ਹਾਂ।
ठीक, प्रभु यसु मसीह का जिहड़ा अभिषेक आ वो बिल्कुल उस लेले दे वांग उसनूं तैयार किया जा रहा। वो लेला जिहड़ा उन्होंने कुर्बानी का जिहड़ा लेला सी, अज प्रभु यसु मसीह ने ਇਹ ਉਹਨਾਂ ਨੂੰ ਦੱਸਿਆ ਸੀ। ਹੁਣ ਉਸ ਲੇਲੇ ਤੇ ਅਸੀਂ ਪਹੁੰਚ ਗਏ ਹਾਂ ਜਿਹੜਾ ਉੱਥੇ ਪ੍ਰਭੂ ਉਹਨਾਂ ਨੂੰ ਦੱਸਦਾ ਪਿਆ ਤਿਆਰੀ। ਸੋ ਆਪਾਂ 6 ਤੋਂ ਲੈ ਕੇ 26ਵਾਂ ਭਾਵ ਉਸ ਦੀ 6 ਤੋਂ ਲੈ ਕੇ 13 ਤੱਕ ਪੜਾਂਗੇ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਪ੍ਰਭੂ ਯਿਸੂ ਦਾ ਬੈਤਨੀਆਂ ਵਿੱਚ ਅਭਿਸ਼ੇਕ। ਜਦੋਂ ਯਿਸੂ ਬੈਤਨੀਆਂ ਪਿੰਡ ਵਿੱਚ ਸ਼ਮਾਉ ਕੋੜੀ ਦੇ ਘਰ ਵਿੱਚ ਸਨ ਤਾਂ ਉਸ ਵੇਲੇ ਉੱਥੇ ਉਹਨਾਂ ਕੋਲ ਇੱਕ ਔਰਤ ਆਈ। ਉਸ ਔਰਤ ਕੋਲ ਸੰਗਮਰਮਰ ਦੀ ਅਤਰਦਾਨੀ ਵਿੱਚ ਕੀਮਤੀ ਅਤਰ ਸੀ। ਫਿਰ ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਉਸਨੇ ਇਹ ਅਤਰ ਯਿਸੂ ਦੇ ਸਿਰ ਤੇ ਡੋਲ ਦਿੱਤਾ। ਪਰ ਚੇਲਿਆਂ ਨੂੰ ਇਹ ਦੇਖ ਕੇ ਬੁਰਾ ਲੱਗਾ, ਇਸ ਲਈ ਉਹ ਬੋਲੇ, ਇਹ ਇਸ ਤਰ੍ਹਾਂ ਬਰਬਾਦ ਕਿਉਂ ਕੀਤਾ? ਇਹ ਕੀਮਤੀ ਅਤਰ ਕਾਫੀ ਕੀਮਤ ਤੇ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗਰੀਬਾਂ ਨੂੰ ਵੰਡਿਆ ਜਾ ਸਕਦਾ ਸੀ। ਯਿਸੂ ਨੇ ਜਾਣਦੇ ਹੋਏ ਚੇਲਿਆਂ ਨੂੰ ਕਿਹਾ, ਉਸ ਨੂੰ ਕਿਉਂ ਤੰਗ ਕਰ ਰਹੇ ਹੋ? ਉਸਨੇ ਮੇਰੇ ਨਾਲ ਇੱਕ ਬਹੁਤ ਚੰਗਾ ਕੰਮ ਕੀਤਾ ਹੈ। ਗਰੀਬ ਤੁਹਾਡੇ ਨਾਲ ਸਦਾ ਹਨ, ਪਰ ਮੈਂ ਤੁਹਾਡੇ ਨਾਲ ਸਦਾ ਨਹੀਂ ਰਹਾਂਗਾ। ਉਸਨੇ ਇਹ ਅਤਰ ਮੇਰੇ ਸਰੀਰ ਤੇ ਡੋਲ ਕੇ ਮੇਰੇ ਦਫਨਾਏ ਜਾਣ ਦੇ ਲਈ ਮੇਰਾ ਅਭਿਸ਼ੇਕ ਕੀਤਾ ਹੈ। ਇਹ ਸੱਚ ਜਾਣੋ, ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਜੋ ਕੁਝ ਇਸਨੇ ਕੀਤਾ ਹੈ ਇਸ ਦੀ ਯਾਦਗਾਰੀ ਵਿੱਚ ਇਹ ਵੀ ਦੱਸਿਆ ਜਾਵੇਗਾ। ਸੋ ਉਸੇ ਤਰ੍ਹਾਂ ਉਹ ਗੁਲਾਮ ਲੋਕ ਆ ਵਿਚਾਰੇ, ਲੇਲਾ ਤਾਂ ਕਦੀ ਕਦੀ ਉਹਨਾਂ ਨੂੰ ਖਾਣ ਨੂੰ ਮਿਲਦਾ, ਤਾਂ ਪ੍ਰਭੂ ਕਹਿ ਰਿਹਾ ਕਿ ਜਿਹੜਾ ਬਾਕੀ ਦਾ ਬਚੇ ਉਸ ਨੂੰ ਤੁਸੀਂ ਉਸੇ ਅੱਗ ਦੇ ਵਿੱਚ ਸਾੜ ਲੈਣਾ। ਔਰ ਹੁਣ ਜਿਹੜੇ ਚੇਲੇ ਉਹ ਇਹ ਚੀਜ਼ ਦੇਖਦੇ ਪਏ ਵੀ ਇੰਨਾ ਕੀਮਤੀ ਅਤਰ ਜਿਹੜਾ ਯਿਸੂ ਦੇ ਉੱਤੇ ਪਾਇਆ ਗਿਆ ਔਰ ਫਿਰ ਉਹ ਡੁੱਲ ਕੇ ਤਾਂ ਫਿਰ ਉਹ ਜ਼ਮੀਨ ਦੇ ਉੱਤੇ ਡੁੱਲਦਾ ਪਿਆ। ਇਹ ਕੀ ਹੋ ਰਿਹਾ? ਮੁਸਲਮਾਨ ਨੂੰ ਇਹ ਚੀਜ਼ ਦਾ ਪਤਾ ਨਹੀਂ ਕਿ ਉਸ ਚੀਜ਼ ਦੀ ਪੂਰਤੀ ਹੋ ਗਈ, ਕਿ ਇਹ ਲੇਲਾ ਜਿਹੜਾ ਇਹ ਕਾਫੀ ਹੈ, ਇਹ ਕਾਫੀ ਆ ਸਾਰਿਆਂ ਨੂੰ ਬਚਾਉਣ ਦੇ ਲਈ। ਔਰ ਇੰਨਾ ਕਾਫੀ ਆ ਕਿ ਉਹਦੇ ਉੱਤੋਂ ਦੀ ਸਭ ਕੁਝ ਹੁਣ ਡੁੱਲਦਾ ਪਿਆ। ਠੀਕ, ਸੋ ਜਿਸ ਲਈ ਅਸੀਂ ਅੱਗੇ ਥੋੜੇ ਜਾਵਾਂਗੇ, ਫਿਰ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ। ਸੋ ਹੁਣ ਪ੍ਰਭੂ ਭੋਜ ਦੀ ਸਥਾਪਨਾ ਕੀਤੀ ਆ। ਸੋ ਇਹ ਤਿੰਨਾਂ ਦਿਨਾਂ ਦੇ ਵਿੱਚ ਹੋ ਰਿਹਾ, ਇਹਨਾਂ ਦਿਨਾਂ ਦੇ ਵਿੱਚ ਹੀ ਹੋ ਰਿਹਾ ਜਦੋਂ ਪ੍ਰਸਾਦ ਦਾ ਤਿਉਹਾਰ, ਜਦੋਂ ਪ੍ਰਸਾਦ ਦੇ ਤਿਉਹਾਰ ਮਨਾਏ ਜਾ ਰਹੇ। ਔਰ ਅਸੀਂ ਉਹਨਾਂ ਦਿਨਾਂ ਦੇ ਵਿੱਚ ਗੁੱਡ ਫਰਾਈਡੇ ਮਨਾਉਂਦੇ ਹਾਂ। ਉਸ ਦਿਨ ਨੂੰ ਅਸੀਂ ਗੁੱਡ ਫਰਾਈਡੇ ਕਹਿੰਦੇ ਹਾਂ। ਸੋ ਉਸ ਦਿਨ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਸੋ ਹੁਣ ਪ੍ਰਸਾਦ ਦੇ ਤਿਉਹਾਰ ਦੇ ਲਈ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ, ਜਾ ਕੇ ਤਿਆਰੀ ਕਰੋ, ਸ਼ਹਿਰ ਦੇ ਵਿੱਚ ਜਾਓ, ਇਹਨਾਂ ਚੀਜ਼ਾਂ ਨੂੰ ਉੱਥੇ ਦੂਸਰੇ ਥਾਂ ਤੇ ਦੱਸਿਆ ਤੁਹਾਨੂੰ ਸਭ ਕੁਝ ਤਿਆਰ ਮਿਲੇਗਾ, ਤਾਂ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਦੱਸੋ ਕਿ ਪ੍ਰਭੂ ਨੇ ਸਾਨੂੰ ਕਿਹਾ, ਔਰ ਤੁਹਾਨੂੰ ਬਿਲਕੁਲ ਤਿਆਰ ਕੀਤੇ ਕਮਰੇ ਦੇ ਵਿੱਚ ਲੈ ਜਾਏਗਾ। ਸੋ ਅਸੀਂ 26ਵੇਂ ਭਾਵ ਦੀ 26ਵੇਂ ਭਾਵ ਦੀ 26 ਆਇਤ ਤੋਂ ਲੈ ਕੇ 35 ਆਇਤ ਤੱਕ ਹੁਣ ਦੇਖਾਂ। ਸੋ ਆਓ ਹੁਣ ਅਸੀਂ ਉਸ ਲੇਲੇ ਨੂੰ ਜੋ ਉਹਨਾਂ ਦੇ ਪੇਟ ਦੇ ਵਿੱਚ ਸੀ ਤੇ ਲਹੂ ਜੋ ਉਹਨਾਂ ਦੇ ਘਰਾਂ ਦੇ ਉੱਤੇ ਸੀ ਉਸ ਨੂੰ ਦੇਖੀਏ। ਸੋ 26 ਤੋਂ ਲੈ ਕੇ 35 ਤੱਕ ਜਿਸ ਨੂੰ ਮਿਲੇ ਉਹ ਪੜ੍ਹਦੇ। ਮੈਂ ਮੈਂ ਪੜ੍ਹ ਦਿੰਦੀ ਬਸ। ਕੋਈ ਉਹ ਭੋਜ ਕਰ ਰਹੇ ਸਨ ਕਿ ਯਿਸੂ ਨੇ ਰੋਟੀ ਲਈ ਅਸੀਸ ਮੰਗ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, ਇਹ ਲਵੋ ਅਤੇ ਖਾਵੋ, ਇਹ ਮੇਰਾ ਸਰੀਰ ਹੈ। ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਇਹ ਕਹਿੰਦਿਆਂ ਹੋਇਆਂ ਦਿੱਤਾ, ਇਸ ਵਿੱਚ ਤੁਸੀਂ ਸਾਰੇ ਪੀਵੋ, ਕਿਉਂਕਿ ਇਹ ਮੇਰਾ ਪਰਮੇਸ਼ਰ ਦੇ ਨਵੇਂ ਨੇਮ ਦਾ ਖੂਨ ਹੈ ਜੋ ਬਹੁਤਿਆਂ ਦੇ ਲਈ ਉਹਨਾਂ ਦੇ ਪਾਪਾਂ ਦੀ ਮਾਫੀ ਲਈ ਬਹਾਇਆ ਜਾਂਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਅੱਗੇ ਤੋਂ ਉਸ ਦਿਨ ਤੱਕ ਅੰਗੂਰ ਦੀ ਪੈਦਾਵਾਰ ਤੁਹਾਡੇ ਨਾਲ ਕਦੀ ਨਹੀਂ ਪੀਵਾਂਗਾ, ਜਦੋਂ ਤੱਕ ਕਿ ਪਰਮੇਸ਼ਰ ਦੇ ਰਾਜ ਵਿੱਚ ਨਵੀਂ ਨਾ ਪੀਵਾਂਗਾ। ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜੈਤੂਨ ਦੇ ਪਹਾੜ ਵੱਲ ਚਲੇ ਗਏ। ਆਮੀਨ। ਸੋ ਅਸੀਂ ਲੂਕਾ ਵਿੱਚ ਵੀ ਦੇਖਦੇ ਹਾਂ, ਅਸੀਂ ਮਰਕਸ ਦੇ ਵਿੱਚ ਵੀ ਦੇਖਦੇ ਹਾਂ ਕਿ ਪ੍ਰਭੂ ਦੇ ਭੋਜ ਦੀ ਸੰਸਥਾਪਨਾ ਪ੍ਰਭੂ ਨੇ ਰੋਟੀ ਔਰ ਪਿਆਲੇ ਦੇ ਨਾਲ ਲਈ। ਠੀਕ, ਔਰ ਅਗੇਨ
ਜੋ ਉਸਨੇ ਉਹਨਾਂ ਦੇ ਸਾਹਮਣੇ ਰੱਖਿਆ ਸੀਗਾ, ਉਹਨਾਂ ਦੇ ਵਿੱਚ ਕੋਈ ਚੀਜ਼ ਅਗਲੇ ਦਿਨ ਤੱਕ ਨਹੀਂ ਰੱਖੀ ਗਈ। That's the main thing. ਠੀਕ, ਸੋ ਉਹਨਾਂ ਨੇ ਰੋਟੀ ਤੋੜੀ ਔਰ ਉਹਨਾਂ ਨੂੰ ਦਿੱਤੀ, ਔਰ ਰੋਟੀ ਉਹਨਾਂ ਨੇ ਲਈ ਤੇ ਖਾਧੀ। ਉਸਨੇ ਕਿਹਾ ਇਹ ਮੇਰਾ ਸਰੀਰ, ਇਸ ਨੂੰ ਲਓ ਤੇ ਖਾਓ। ਸੋ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਦਾ ਉਹ ਮੇਮਣਾ ਕਿਹਾ ਗਿਆ ਜੋ ਸਾਡੀਆਂ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ। ਸੋ ਉਹਨਾਂ ਨੇ ਉਹ ਖਾਣ ਨੂੰ ਦਿੱਤੀ ਔਰ ਫਿਰ ਪ੍ਰਭੂ ਯਿਸੂ ਮਸੀਹ ਨੇ ਆਪਣਾ, ਉਸਨੇ ਕਿਹਾ ਦਾਖਸਾਰ ਦਿੱਤੀ, ਇਹ ਮੇਰਾ ਲਹੂ ਜੋ ਤੁਹਾਡੇ ਲਈ ਬਹਾਇਆ ਜਾਂਦਾ। ਸੋ ਉਹਨਾਂ ਨੇ ਉਹ ਲਿਆ ਔਰ ਉਹ ਪੀਤਾ, ਔਰ ਪ੍ਰਭੂ ਯਿਸੂ ਮਸੀਹ ਦੇ ਲਹੂ ਨੂੰ ਸਾਡੇ ਉੱਤੇ ਮੋਹਰ ਕਿਹਾ ਜਾਂਦਾ, ਸਾਡੇ ਉੱਤੇ ਲੱਗੀ ਮੋਹਰ ਕਿਹਾ ਜਾਂਦਾ। ਔਰ ਅਸੀਂ ਸਾਨੂੰ ਪਰਮੇਸ਼ਰ ਦੇ ਮੰਦਰ ਕਿਹਾ ਜਾਂਦਾ, ਔਰ ਪ੍ਰਭੂ ਦੀ ਆਤਮਾ ਦੀ ਹਜ਼ੂਰੀ ਦੇ ਅੰਦਰ ਕਿਹਾ ਜਾਂਦਾ। ਔਰ ਉਸ ਮੇਮਣੇ ਦਾ ਲਹੂ ਸਾਡੇ ਉੱਤੇ ਆ, ਔਰ ਇਹ ਚੀਜ਼ ਆ ਜਿਹੜੀ ਸਾਡੀ ਮੁਕਤੀ ਦੀ ਹੈ। ਇਹ ਚੀਜ਼ ਆ ਜੋ ਸਾਨੂੰ ਕੂਚ ਦੀ ਕਿਤਾਬ ਤੋਂ ਦਿਖਾਉਂਦੀ ਹੈ ਕਿ ਸਾਡੀ ਮੁਕਤੀ ਕਿਸ ਤਰ੍ਹਾਂ ਹੋਈ। ਉਹਨਾਂ ਦੀ ਮੁਕਤੀ ਕਿਸ ਤਰ੍ਹਾਂ ਹੋਈ, ਉਹ ਨਿਸ਼ਾਨ ਸੀ, ਇਹ ਅਸਲੀਅਤ ਆ। ਉੱਥੇ ਨਿਸ਼ਾਨ ਬੰਨੇ ਜਾ ਰਹੇ ਆ, ਇੱਥੇ ਉਹਨਾਂ ਨਿਸ਼ਾਨਾਂ ਦੀ ਪੂਰਤੀ ਅਸੀਂ ਦੇਖਦੇ ਪਏ। ਸੋ ਇਹ ਮੈਂ ਤਾਂ ਚੀਜ਼ਾਂ ਤੁਹਾਨੂੰ ਦਿਖਾਈਆਂ ਕਿ ਕਿੱਦਾਂ ਮੇਲ ਖਾਂਦਾ ਪ੍ਰਭੂ ਦਾ ਵਚਨ, ਕਿੱਦਾਂ ਪ੍ਰਭੂ ਦਾ ਵਚਨ ਜੁੜਿਆ ਪਿਆ ਹੈ। ਔਰ ਇਸ ਕਰਕੇ ਅਸੀਂ ਬਾਈਬਲ ਸ਼ੁਰੂ ਤੋਂ ਸ਼ੁਰੂ ਕੀਤੀ ਆ, ਤਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਸਕੀਏ। ਇਹ ਨਾ ਕਹੀਏ ਕਿ ਆ ਮੇਰੀ ਫੇਵਰਟ ਬੁੱਕ ਆ, ਉਹ ਮੇਰੀ ਫੇਵਰਟ ਬੁੱਕ ਆ। ਨਹੀਂ, ਪ੍ਰਭੂ ਦਾ ਵਚਨ ਜਿਹੜਾ ਇੱਕ ਦੂਜੇ ਦੇ ਵਿੱਚ ਗੁੰਦਿਆ ਪਿਆ। ਇਹ ਇੱਕ ਆਇਤ ਜਿਹੜੀ ਆ ਉਹ ਆਪਣੇ ਚੈਪਟਰ ਚੋਂ ਬਾਹਰ ਨਹੀਂ ਕੱਢੀ ਜਾ ਸਕਦੀ ਆਪਣੇ ਮਤਲਬ, ਔਰ ਉਸ ਇੱਕ ਚੈਪਟਰ ਨੂੰ ਉਸ ਪੁਸਤਕ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਆਪਣੇ ਮਤਲਬ, ਔਰ ਉਸ ਪੁਸਤਕ ਨੂੰ ਬਾਈਬਲ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਆਪਣੇ ਮਤਲਬ ਦੇ ਲਈ, ਕਿਉਂਕਿ ਆਇਤ ਚੈਪਟਰ ਨੂੰ ਪੂਰਾ ਕਰਦੀ ਆ ਔਰ ਚੈਪਟਰ ਉਸ ਪੁਸਤਕ ਨੂੰ ਪੂਰਾ ਕਰਦਾ। ਔਰ ਉਹ ਜਿਹੜੀ ਪੁਸਤਕ ਆ ਜੋ ਸਾਨੂੰ 4 ਪੁਸਤਕਾਂ ਦਿੱਤੀਆਂ ਗਈਆਂ, ਉਹਦੀ ਸੰਪੂਰਨਤਾ ਦੇ ਵਿੱਚ ਬਾਈਬਲ। ਕਿਉਂਕਿ ਪ੍ਰਭੂ ਦਾ ਪਲਾਨ ਆ ਜਿਹੜਾ ਸ਼ੁਰੂ ਤੋਂ ਚੱਲਦਾ ਆ ਰਿਹਾ, ਜੋ ਅਸੀਂ ਆਪਣੇ ਜਿਸ ਵੇਲੇ ਅਸੀਂ ਦੇਖਦੇ ਹੈਗੇ ਆ ਉਸ ਜਿਹੜਾ ਮੈਪ ਵਗੈਰਾ ਅਸੀਂ ਦੇਖਦੇ ਪਏ ਆ, ਉਹਨਾਂ ਦੇ ਚਾਰਟਸ ਵਗੈਰਾ ਦੇਖਦੇ ਪਏ ਆ, ਅਸੀਂ ਉਹ ਵੀ ਦੇਖਦੇ ਪਏ। ਪ੍ਰਭੂ ਦਾ ਇੱਕ ਪਲਾਨ ਆ, ਉਹ ਪਲਾਨ ਦੇ ਉੱਤੇ ਪ੍ਰਭੂ ਚੱਲਦਾ ਪਿਆ। ਉਹ ਪਲਾਨ ਦੇ ਵਿੱਚ ਪ੍ਰਭੂ ਦਾ ਨੇਮ ਆ, ਉਹ ਜਿਹੜਾ ਨੇਮ ਆ ਉਹ ਪ੍ਰਭੂ ਦਾ ਪੂਰਾ ਹੋ ਰਿਹਾ। ਚਾਹੇ ਉਹ ਨੇਮ ਉਸਨੇ ਆਦਮ ਔਰ ਹਵਾ ਨੂੰ ਤੀਸਰੇ ਚੈਪਟਰ ਦੇ ਵਿੱਚ, ਉਤਪਤੀ ਤੀਜੇ ਚੈਪਟਰ ਦੇ ਵਿੱਚ ਦਿੱਤਾ ਹੋਵੇ, ਚਾਹੇ ਉਹ ਨੇਮ ਪ੍ਰਭੂ ਨੇ ਨੋਹਾ ਨੂੰ ਦਿੱਤਾ ਹੋਵੇ ਔਰ ਨੋਹਾ ਦੀ ਬਰਕਤ ਔਰ ਨੋਹਾ ਨੇ ਜਿਹੜੀ ਆਪਣੇ ਬੱਚਿਆਂ ਨੂੰ ਬਦਸੀਸ ਦਿੱਤੀ ਆ ਉਹਦੇ ਵਿੱਚ ਹੋਵੇ, ਔਰ ਚਾਹੇ ਉਹ ਜਿਹੜਾ ਨੇਮ ਆ ਜਿਸ ਲਈ ਪ੍ਰਭੂ ਨੇ ਅਬਰਾਹਮ ਦੇ ਨਾਲ 12ਵੇਂ ਚੈਪਟਰ ਦੇ ਵਿੱਚ ਉਸ ਨੂੰ ਤੋਰਿਆ ਔਰ 15ਵੇਂ ਚੈਪਟਰ ਦੇ ਵਿੱਚ ਉਸ ਨੂੰ ਨੇਮ ਦਿੱਤਾ ਤੇ ਉਸ ਨੂੰ ਪ੍ਰਕਾਸ਼ ਦਿੱਤਾ, ਇਹ ਜਿਸ ਕਿਤਾਬ ਨੂੰ ਅਸੀਂ ਪੜ੍ਹਦੇ ਪਏ ਉਸ ਦਾ, ਚਾਹੇ ਉਹ ਹੋਵੇ ਔਰ ਚਾਹੇ ਉਸ ਤੋਂ ਗਾਂਹ ਜਾ ਕੇ ਉਸਦੇ ਬੇਟੇ ਇਜ਼ਹਾਕ ਨੇ ਜਿਸ ਲਈ ਆਪਣੇ ਦੋਹਾਂ ਪੁੱਤਰਾਂ ਯਿਸੂ ਨੂੰ ਤੇ ਯਾਕੂਬ ਨੂੰ ਬਰਕਤ ਦਿੱਤੀ ਤੇ ਆਪਣੇ ਦੂਸਰੇ ਬੇਟੇ ਨੂੰ ਬਦਸੀਸ ਦਿੱਤੀ, ਕਿਉਂਕਿ ਉਹ ਬਰਕਤ ਨਹੀਂ ਸੀ, ਬਦਸੀਸ ਸੀ ਬੇਸਿਕਲੀ, ਚਾਹੇ ਉਹ ਹੋਵੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ, ਇਹ ਇੱਕ ਪਲਾਨ, ਔਰ ਅਸੀਂ ਉਸ ਪਲਾਨ ਦੇ ਵਿੱਚ, ਅਸੀਂ ਉਸ ਪਲਾਨ ਤੋਂ ਬਾਹਰ ਨਹੀਂ, ਅਸੀਂ ਉਸ ਪਲਾਨ ਦਾ ਇੱਕ ਹਿੱਸਾ ਹਾਂ। ਔਰ ਜਿਸ ਨੂੰ ਪ੍ਰਭੂ ਯਿਸੂ ਮਸੀਹ ਨੇ ਇੱਥੇ ਪੂਰਾ ਕੀਤਾ, ਜਿਸ ਤਰ੍ਹਾਂ ਉਹ ਲੋਕ ਉੱਥੇ 120 ਸਾਲ ਦੀ ਜਿਸਲੇ ਗੁਲਾਮੀ ਦੇ ਵਿੱਚੋਂ ਦੀ ਲੰਘਦੇ ਪਏ ਤੇ ਉਹ ਛੁਟਕਾਰੇ ਦੀ ਉਮੀਦ ਦੇ ਵਿੱਚ ਬੈਠੇ ਸੀ ਕਿ ਸਾਡਾ ਪ੍ਰਭੂ ਸਾਨੂੰ ਛੁਟਕਾਰਾ ਦੇ ਕੇ ਇੱਥੋਂ ਲੈ ਕੇ ਜਾਓ। ਜਿਹੜੇ ਬਜ਼ੁਰਗ ਗਏ ਸੀਗੇ
ਉਹਨਾਂ ਨੇ ਵੀ ਉਹਨਾਂ ਨੂੰ ਦੱਸ ਦਿੱਤਾ ਸੀ। ਉਹ ਪ੍ਰਚਾਰਕ ਸੀਗੇ ਉਸ ਸਮੇਂ ਦੇ, ਔਰ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇੱਥੇ ਨਾ ਦੱਬਣਾ। ਸਾਨੂੰ ਕਸਮ ਲਈ ਸੀ, ਆਪਣੇ ਪੱਟ ਥੱਲੇ ਹੱਥ ਰਖਾ ਕੇ ਉਹਨਾਂ ਨੇ ਕਸਮ ਲਈ ਸੀ ਕਿ ਮੈਨੂੰ ਇੱਥੇ ਨਾ ਦੱਬੀ। ਜਾਂਦੇ ਹੋਏ ਇੱਕ ਨੂੰ ਯੂਸਫ ਜਿੰਦੇ ਜੀ ਛੱਡ ਆਇਆ ਸੀ ਵਾਦੇ ਦੀ ਧਰਤੀ ਤੇ ਯੂਸਫ ਨੇ ਆਪ ਕਿਹਾ ਸੀ ਮੇਰੀਆਂ ਹੱਡੀਆਂ ਇੱਥੋਂ ਜ਼ਰੂਰ ਲੈ ਜਾਏ, ਮੈਨੂੰ ਇੱਥੇ ਛੱਡ ਕੇ ਨਾ ਜਾਏ। ਉਹ ਪ੍ਰਚਾਰਕ ਸੀ ਪ੍ਰਭੂ ਦੇ ਨੇਮ ਤੇ। ਔਰ ਗਮ ਉਸ ਤੋਂ ਅੱਗੇ ਜਿਹੜੇ ਪ੍ਰਭੂ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ, ਔਰ ਜਿਸਲੇ ਭਾਰਾ ਸਮਾਂ ਆਇਆ ਲੋਕਾਂ ਦੇ ਉੱਤੇ, ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ, ਕਿੱਥੇ ਆ ਪ੍ਰਭੂ, ਕੀ ਹੋ ਗਿਆ ਇੱਥੇ? ਅਸੀਂ ਭੇਡਾਂ ਸਾਡੀਆਂ, ਬੱਕਰੀਆਂ ਸਾਡਾ, ਯੂਸਫ ਸਾਡਾ, ਆਹ ਸਾਡਾ, ਉਹ ਸਾਨੂੰ ਰੈਮਸੀ ਦੀ ਗੁਲਾਮੀ ਕਰਨੀ ਪੈਣੀ ਆ, ਅਸੀਂ ਹੁਣ ਗੁਲਾਮੀ ਦੇ ਵਿੱਚ ਜਾਵਾਂਗੇ, ਔਰ ਸਾਨੂੰ ਉਸ ਗੁਲਾਮੀ ਦੇ ਵਿੱਚ ਹੁਣ ਬੈਠਣਾ ਪੈਣਾ। ਕਿੱਥੇ ਆ ਪ੍ਰਭੂ? ਕਿੱਥੇ ਗਿਆ ਪ੍ਰਭੂ? 40 ਸਾਲ ਦੀ ਜਨਰੇਸ਼ਨ ਹੁੰਦੀ ਆ। ਸੋ ਜਿਹੜੀ ਜਨਰੇਸ਼ਨ ਵਿੱਚ ਆਈ ਗੁਲਾਮੀ ਦੇ, ਉਹ ਮਰ ਗਏ। ਜਿਹੜੇ ਫਿਰ ਉਹਨਾਂ ਤੋਂ ਪੈਦਾ ਹੋਏ ਉਹ ਵੀ ਮਰ ਗਏ। ਔਰ ਫਿਰ ਜਿਹੜੇ ਉਹਨਾਂ ਤੋਂ ਪੈਦਾ ਹੋਏ ਉਹ ਇਸ ਵੇਲੇ ਉੱਥੇ ਗੁਲਾਮੀ ਦੇ ਵਿੱਚ ਬੈਠੇ, ਜਿਨ੍ਹਾਂ ਦੇ ਵਿੱਚੋਂ ਬਹੁਤੇ ਜਿਹੜੇ ਆ ਉਹ ਇਜਿਪਟ ਦੇ ਦੇਵਤਿਆਂ ਦੇ ਵੱਲ ਨੂੰ ਦੇਖਦੇ ਪਏ ਕਿ ਦੇਖੋ ਇਹਨਾਂ ਕੋਲ ਕੀ ਕੁਛ ਆ। ਕਿਆ ਨੀਲ ਦਰਿਆ ਕਿੱਦਾਂ ਲਹਿਰਾਂ ਮਾਰਦਾ, ਕਿੱਦਾਂ ਨੀਲ ਦਰਿਆ ਹਰੇਕ ਸਾਲ ਇਹਨਾਂ ਦੇ ਲਈ ਤਾਜ਼ੀ ਮਿੱਟੀ ਲੈ ਕੇ ਆਉਂਦਾ, ਉੱਥੋਂ ਪਹਾੜਾਂ ਦੇ ਵਿੱਚੋਂ ਫਰਟੀਲਾਈਜ਼ ਜਿਹੜੀਆਂ ਹੈਗੀਆਂ ਚੀਜ਼ਾਂ ਉਹ ਲੈ ਕੇ ਆਉਂਦਾ, ਮਿੱਟੀ ਵਿਛਾਉਂਦਾ, ਕਿੱਦਾਂ ਫਸਲਾਂ ਇਹਨਾਂ ਦੀਆਂ ਹੋ ਰਹੀਆਂ, ਕਿੱਦਾਂ ਇਹ ਅਮੀਰ ਲੋਕ ਕਿੱਦਾਂ ਦੀ ਇਹ ਜ਼ਿੰਦਗੀ ਜੀਂਦੇ ਪਏ। ਕਿੰਨਾ ਇਹਨਾਂ ਦਾ ਜਿਹੜਾ ਗਾਡ ਹਾਪੀ, ਉਹ ਕਿੰਨਾ ਇਹਨਾਂ ਤੇ ਮਿਹਰਬਾਨ, ਨੀਲ ਦਾ ਜਿਹੜਾ ਦੇਵਤਾ, ਔਰ ਕਿੰਨਾ ਇਹਨਾਂ ਤੇ ਇਹਨਾਂ ਦਾ ਜਿਹੜਾ ਦੇਵਤਾ ਸਬਾਕ, ਉਹ ਕਿੰਨਾ ਇਹਨਾਂ ਦੇ ਉੱਤੇ ਮਿਹਰਬਾਨ। ਇਹਨਾਂ ਦਾ ਦੇਵਤਾ ਗੈਬ ਕਿੰਨਾ ਇਹਨਾਂ ਦੇ ਉੱਤੇ ਮਿਹਰਬਾਨ, ਦੇਵੀ ਹਥੌਰ ਕਿੰਨੀ ਇਹਨਾਂ ਤੇ ਮਿਹਰਬਾਨ, ਔਰ ਉਸੇ ਤਰ੍ਹਾਂ ਅਮੋਨ ਰਾ ਇਹਨਾਂ ਦਾ ਕਿੰਨਾ ਇਹਨਾਂ ਦੇ ਉੱਤੇ ਮਿਹਰਬਾਨ, ਜੋ ਇਹਨਾਂ ਨੂੰ ਸਾਰੀਆਂ ਤਰ੍ਹਾਂ ਦੀਆਂ ਬਲਾਵਾਂ ਤੋਂ ਬਚਾ ਕੇ ਰੱਖਦਾ। ਇਮੋਤਪ ਜੋ ਇਹਨਾਂ ਨੂੰ ਤੰਦਰੁਸਤੀ ਦਿੰਦਾ। ਠੀਕ, ਸੋ ਉਹ ਸਾਰੇ ਦੇਵੀ ਦੇਵਤਿਆਂ ਦੇ ਵੱਲ ਨੱਤ ਜਿਹੜੀ ਇਹਨਾਂ ਨੂੰ ਸਵਰਗ ਦੀ ਜਿਹੜੀ ਦੇਵੀ ਹੈ ਕਿੱਦਾਂ ਇਹਨਾਂ ਨੂੰ ਬਚਾ ਕੇ ਰੱਖਦੀ। ਸੋ ਦੇਵੀ ਦੇਵਤਿਆਂ ਦੇ ਵੱਲ ਨੂੰ ਤੱਕਣ ਲੱਗ ਪਏ ਸੀ। ਸਾਡੇ ਕੋਲ ਕੀ, ਸਾਡਾ ਪ੍ਰਭੂ, ਅਸੀਂ ਗੁਲਾਮੀਆਂ ਦੇ ਵਿੱਚ ਵੀ ਲੰਘਦੇ ਪਏ, ਅਸੀਂ ਦੁੱਖਾਂ ਦੇ ਵਿੱਚ ਵੀ ਲੰਘਦੇ ਪਏ। ਅਸੀਂ ਵੀ ਇਸ ਇੰਤਜ਼ਾਰ ਦੀਆਂ ਘੜੀਆਂ ਦੇ ਵਿੱਚ ਇਹ ਕਹਿ ਉੱਠਦੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦਾ ਪ੍ਰਭੂ ਜਿਉਂਦਾ। ਉਹਨਾਂ ਦਾ ਪ੍ਰਭੂ ਇਹ ਨਹੀਂ ਸੀ ਪਤਾ ਕਿ ਉਹ 10 ਦੇਵਤੇ ਤਾਂ ਹੈਗੇ ਆ, ਪਰ ਉਹ ਮਹਿਸੂਸ ਨਹੀਂ ਕਰਦੇ, ਉਹ ਦੇਖਦੇ ਨਹੀਂ। ਉਹਨਾਂ ਨੂੰ ਹਮੇਸ਼ਾ ਉਹਨਾਂ ਦੇਵਤਿਆਂ ਤੋਂ ਡਰਨਾ ਪੈਂਦਾ। ਦਿਨ ਚੰਗੇ ਆ ਤੇ ਉਹਨਾਂ ਦੇਵਤਿਆਂ ਦੀ ਪੂਜਾ ਕਰਦੇ ਆ, ਤੇ ਜੇ ਦਿਨ ਮਾੜੇ ਤਾਂ ਉਹਨਾਂ ਦੀ ਹੋਰ ਪੂਜਾ ਕਰਦੇ, ਉਹਨਾਂ ਨੂੰ ਦੁਬਾਰਾ ਖੁਸ਼ ਕਰਦੇ। ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਸਾਨੂੰ ਆਪਣੇ ਪ੍ਰਭੂ ਨੂੰ ਖੁਸ਼ ਨਹੀਂ ਕਰਨਾ ਪੈਂਦਾ। ਉਹ ਆਲਰੇਡੀ ਖੁਸ਼ ਹੈ, ਉਹ ਆਲਰੇਡੀ ਸਾਡੇ ਤੇ ਖੁਸ਼ ਹੈ, ਕਿਉਂਕਿ ਅਸੀਂ ਉਹ ਕੰਮ ਕੀਤਾ ਜੋ ਉਸਨੇ ਕਿਹਾ। ਯਿਸੂ ਨੂੰ ਪੁੱਛਿਆ ਸੀ ਕਿ ਪ੍ਰਭੂ ਦੇ ਕੰਮ ਕਰਨ ਦੇ ਲਈ ਅਸੀਂ ਕੀ ਕਰੀਏ। ਪ੍ਰਭੂ ਯਿਸੂ ਮਸੀਹ ਨੇ ਬੜਾ ਸਿੰਪਲ ਜਵਾਬ ਦਿੱਤਾ, ਜਿਸ ਨੂੰ ਉਸਨੇ ਕਰ ਲਿਆ
उस उत्ते भरोसा करो, उस उत्ते भरोसा करो, क्योंकि मैं सत्य हाँ और फिर तुसी सच नूं जानोगे ते सच तुहानूं आजाद करेगा। और वो कह रहे हैं ਅਸੀਂ ਤਾਂ कभी किसी के गुलाम ही नहीं हुए, ਅਸੀਂ अब्राहम की संतान। उसने क्या, जो पाप करदा वो ऑलरेडी पाप दा गुलाम है। ये बखरी गुलामी है जिहड़ी असीं फेस करते पे, ये पाप दी गुलामी। जो पाप करदा वो पाप दा गुलाम है। और तुहाडा पुरखा अब्राहम, उसने मेरा दिन देखा और खुश होया। साडे पुरखे अब्राहम ने तू देखा, तू तो हाले 50 साल का भी नहीं। तो उसने क्या, इस तो पहला कि तुहाडा पुरखा अब्राहम सी, मैं हाँ। हाले मूसा जम्मिया नहीं जिसने उन्हें दसिया सीगा कि मैं हाँ जो मैं हाँ। इस तो पहला कि तुहाडा पुरखा अब्राहम सी, पैदा भी नहीं सी होया, मैं हाँ। टाइम लाइन दे विच प्रभु ने अगे जाके उत्थे दसिया कि मैं कित्थे हाँ। और वो मैं हाँ जिसने उन्होंने लेला और लहू दिता उत्थे, और इत्थे वो सानू अपना शरीर ते अपना लहू दे रहे। जे वो उस लेले नू खा के जो उन्होंने पेट दे विच आ, वो लहू जो उन्होंने घर दे बाहर आ, ये पा के ते जे उन्हां दा दुनियावी गुलामी तो छुटकारा हो सकता तो फिर वो लेला जो सब दे पापां नू चुक के लै जांदा, जिसदा वादा सानू दिता गया, जो नबियां दे राही वादे दे नाल साडे पैदा होया, जिसने 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 अपनी कुर्बानी उस सलीब दे उत्ते दिती, ताकि उसदा लहू, उसदा शरीर जो जो आ बचन ये साडी रोटी है, उसका शरीर ते उसका लहू साडे लिए की नहीं कर सकता। एज लॉन्ग एज असी खमीर तो बचे। खमीर कन्ना बहुत चंगा लगता, बहुत पहुंचे पहुंचे अगले दुआवां करने वाले बैठे, और उन्हां तो सानू बचना पैना। और सानू प्रभु दे विच बधना पैना, क्योंकि प्रभु ने पहुंचे पहुंचे नहीं बनाए, प्रभु ने सानू एक बहुत उच्चा दर्जा दिता। सो इस आयत दे नाल मैं खत्म करूंगा। मेरे नाल आओ पतरस दे विच, पहला पतरस उसका दूसरा पन्ना मैं तुहानू दे 436 पन्ना, अगर तुहाडे कोल नवीं पंजाबी दी बाइबलां और मैं इसकी पहले आयत तो पढ़न लगा और इसमें बड़े ध्यान दे नाल देखियो, क्योंकि वही चीजां इत्थे कह रहा है जो प्रभु यीशु मसीह ने कही, और जो पिछे जिस वेले प्रभु हाले तक उन्होंने तोड़दा पिया आ, खमीर दीयां गल्लां वो दसदा पिया।
ਇੱਥੇ ਕੀ ਕਹਿੰਦੇ ਸੌਰੀ ਪਾਸਟਰ ਜੀ, ਪੰਨਾ ਕਿੰਨਾ? ਸੌਰੀ 435 ਪੰਨਾ। ਹਾਂ, ਓਕੇ ਪਾਸਟਰ ਜੀ। ਨਵੀਂ ਨਹੀਂ ਮੈਂ ਕਿਹਾ ਸਾਹਿਬ ਨੂੰ। ਸੋ ਦੇਖੋ, ਇਸ ਲਈ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ, ਧੋਖਾ, ਪਖੰਡ, ਈਰਖਾ, ਗੰਦੀ ਬੋਲੀ ਤੋਂ ਦੂਰ ਰੱਖੋ। ਸੁਖਮੀਰ, ਠੀਕ। ਤੁਸੀਂ ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਹਮੇਸ਼ਾ ਸ਼ੁੱਧ ਆਤਮਿਕ ਦੁੱਧ ਦੇ ਚਾਹਵਾਨ ਰਹੋ, ਜਿਸ ਨੂੰ ਪੀ ਕੇ ਵਧੋ ਫੁੱਲੋ ਅਤੇ ਮੁਕਤੀ ਨੂੰ ਪ੍ਰਾਪਤ ਕਰ ਸਕੋ। ਪ੍ਰਭੂ ਦਾ ਵਚਨ, ਠੀਕ। ਧਰਮ ਗ੍ਰੰਥ ਇਸ ਦਾ ਗਵਾਹ ਹੈ ਕਿ ਤੁਸੀਂ ਪ੍ਰਭੂ ਦੀ ਦਇਆ ਦਾ ਸਵਾਦ ਚੱਖ ਚੁੱਕੇ ਹੋ। ਇਸ ਲਈ ਤੁਸੀਂ ਪ੍ਰਭੂ ਦੇ ਕੋਲ ਆਓ। ਪ੍ਰਭੂ ਦੇ ਕੋਲ ਆਓ। ਉਹ ਜਿੰਦਾ ਪੱਥਰ ਹੈ ਜਿਸ ਨੂੰ ਮਨੁੱਖ ਨੇ ਰੱਦ ਦਿੱਤਾ, ਅਤੇ ਪਰ ਉਹ ਪਰਮੇਸ਼ਰ ਦੇ ਸਾਹਮਣੇ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ। ਯਿਸੂ ਦੀ ਗੱਲ ਹੈ। ਇਸ ਲਈ ਆਓ ਅਤੇ ਜਿਉਂਦੇ ਪੱਥਰ ਦੀ ਆਤਮਿਕ ਇਮਾਰਤ ਦੀ ਉਸਾਰੀ ਦੇ ਵਿੱਚ ਲੱਗ ਜਾਓ। ਇਸ ਤਰ੍ਹਾਂ ਤੁਸੀਂ ਪਵਿੱਤਰ ਪੁਰੋਹਿਤ ਬਣ ਜਾਓਗੇ ਅਤੇ ਇਹੋ ਜਿਹੇ ਪਵਿੱਤਰ ਚੜਾਵੋ ਜਿਨ੍ਹਾਂ ਦੇ ਨਾਲ ਪਰਮੇਸ਼ਰ ਯਿਸੂ ਮਸੀਹ ਦੇ ਰਾਹੀਂ ਸਵੀਕਾਰ ਕਰਦਾ ਹੈ। ਔਰ ਇਸ ਦੇ ਬਾਰੇ ਧਰਮ ਗ੍ਰੰਥ ਕਹਿੰਦਾ ਹੈ ਕਿ ਮੈਂ ਸਿਯੋਨ ਦੇ ਵਿੱਚ ਬਹੁਮੁੱਲਾ ਚੁਣਿਆ ਹੋਇਆ ਨੀਂਹ ਪੱਥਰ ਰੱਖਦਾ ਹਾਂ, ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਕਦੀ ਸ਼ਰਮਿੰਦਾ ਨਹੀਂ ਹੋਏਗਾ। ਤੁਸਾਂ ਵਿਸ਼ਵਾਸੀਆਂ ਦੇ ਲਈ ਇਹ ਪੱਥਰ ਬਹੁਮੁੱਲਾ ਹੈ, ਪਰ ਉਹ ਜੋ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੇ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜਿਸ ਪੱਥਰ ਨੂੰ ਰਾਜਾ ਨੇ ਨਿਕੰਮਾ ਸਮਝਿਆ ਉਹ ਕੋਨੇ ਦਾ ਪੱਥਰ ਬਣਿਆ। ਅਤੇ ਧਰਮ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, ਉਹ ਪੱਥਰ ਜਿਸ ਤੋਂ ਲੋਕਾਂ ਨੂੰ ਠੋਕਰ ਲੱਗਦੀ ਹੈ, ਉਹ ਚੱਟਾਨ ਜਿਸ ਉੱਤੇ ਉਹ ਡਿੱਗਦੇ ਹਨ, ਉਹ ਠੋਕਰ ਖਾਂਦੇ ਹਨ, ਕਿਉਂਕਿ ਉਹਨਾਂ ਵਚਨ ਉੱਤੇ ਵਿਸ਼ਵਾਸ ਨਹੀਂ ਕੀਤਾ ਹੈ। ਉਹਨਾਂ ਦੇ ਲਈ ਇਹ ਹੀ ਠਹਿਰਾਇਆ ਹੋਇਆ ਹੈ। ਕੰਨ ਰਸੀਆਂ ਚੰਗੀਆਂ ਲੱਗਦੀਆਂ ਜਿਹਨਾਂ, ਉਹਨਾਂ ਦੇ ਲਈ ਇਹ ਚੀਜ਼ ਕਹੀ ਗਈ ਆ। ਤੁਸੀਂ ਚੁਣਿਆ ਹੋਇਆ ਵੰਸ਼, ਰਾਸੀ ਪੁਰੋਤਾਂ ਦਾ ਦਲ, ਪਵਿੱਤਰ ਕੌਮ ਅਤੇ ਪਰਮੇਸ਼ਵਰ ਦੇ ਆਪਣੇ ਲੋਕ ਹੋ। ਤੁਸੀਂ ਉਸਦੇ ਵੱਡੇ ਕੰਮਾਂ ਦਾ ਪ੍ਰਚਾਰ ਕਰੋ, ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਦਭੁਤ ਚਾਨਣ ਦੇ ਵਿੱਚ ਸੱਦਿਆ ਹੈ। ਇੱਕ ਸਮਾਂ ਸੀ ਤੁਸੀਂ ਕੁਝ ਵੀ ਨਹੀਂ ਸਾਓ, ਪਰ ਹੁਣ ਤੁਸੀਂ ਪਰਮੇਸ਼ਰ ਦੇ ਲੋਕ ਹੋ। ਉਸ ਸਮੇਂ ਤੁਸੀਂ ਉਸਦੀ ਦਇਆ ਤੋਂ ਬਾਹਰ ਸੀ, ਪਰ ਹੁਣ ਤੁਸੀਂ ਪ੍ਰਾਪਤ ਕਰ ਚੁੱਕੇ। What a blessing. What a blessing. Let us pray. प्यारे प्रभु, तेरा शुक्र करते हैं, तेरी दया, तेरे रहम, तेरे प्यार के लिए। तू साडा महान परमेश्वर, तू दयालु कृपालु परमेश्वर। जिस तरह तेरे लोग प्रभु जी इजिप्ट दे विच छुटकारे दी वेट करते पे सी, इंतजार करते पे सी, उन्हें कई पीढ़ियां गुजर गई। इसे तरह प्रभु जी पर तू उन्हां दी गिणती नूं वधा रिहा सी। प्यारे प्रभु, इसे तरह तू साडी गिणती नूं वधा रही। असीं भी इंतजार कर रहे, पर तू साडी गिणती नूं वधा रही। असीं दुखां दे विचों लंघदे पए। साडे सामने वो लोग जो तैनूं नहीं मानते, जो सवेरे उठ के तेरे नाम की गाल कढ़दे खुदावंद, वो वधदे फुलदे पए। असीं देखदे कि दुनिया दे परमेश्वर उन्हां नूं किन्ना कुछ दे रहे, पर तेरे लोग दुखां दे विच दी गुजरदे पए। पर असीं तेरा शुक्र करते हैं खुदावंद, अंत उन्हां दा भला सी जिन्हां दी अखां तेरे ते। प्यारे प्रभु, असीं तेरा शुक्र करते हैं कि असीं उस छुटकारे दे लई चुने गए। हर जन जो इन्हां शब्दां नूं सुणदा पिया, पढ़दा पिया, जिथे जिथे भी बैठा, जिस प्रभु जी वो ग्रुप दे विच बैठा है, जिस बोली दे विच बैठा है, खुदावंद तेरा शुक्र।
तेरी उस महान मोहर दे दे जो तू प्रभु जी अपने लोग करती, तेरा लहू, तेरा शरीर जो साडे लिए बरकत, वो लेला जो साडे सारे पापां नूं चुक के लै जांदा, जो साडा छुटकारा। प्यारे प्रभु, मैं इस वेले अपने सारे बच्चों नूं याद करदा और तेरा पवित्र लहू उन्हां ते इस वेले प्रभु जी अपने उन्हां भैन भरावां नूं याद करदा जिन्हां तक असीं तेरा वचन पहुंचा रहे हैं और तेरे लहू दे विच उन्हां नूं छुपा। मेरे प्यारे भैन भरा जो इस वेले प्रभु जी तेरा ये वचन असीं बैठे इकट्ठे पढ़दे पे, असीं अपने इन्हां दरवाज़ियां ते तेरा लहू पवित्र लहू, प्यारे प्रभु जब तक असीं दोबारा मिलिए तेरी दया, तेरा रहम, तेरा प्यार, तेरी संभाल साडे सब दे नाल बनी रहे और पवित्र आत्मा की भरपूरी और स्वर्ग तो तेरी निगाहबानी साडे नाल रहे, मसीह यीशु दे मिठे नाम। आमीन। ब्लेस यू। कल सेम टाइम मिलांगे और कल नूं असीं उस तो हम अगे बढ़ांगे और देखांगे कि प्रभु किस तरह के बड़े बड़े काम किदां दी उसदी राखी अपने लोकां दे नाल और अज भी उन्हां चीज़ां ते। ब्लेस यू। तुहाडे सब दे नाल।